ਅੱਜ ਜਿਹੜੀ ਤੁਹਾਨੂੰ ਤਕਲੀਫ ਦਿੱਤੀ ਗਈ ਹੈ, ਇਸ ਵੇਲੇ ਬੇਨਤੀ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਵਾਸਤੇ, ਸਾਡੇ ਸੀਨੀਅਰ ਲੀਡਰ ਸਾਹਿਬਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਤੇ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਕਰਨਗੇ, ਚਰਨਜੀਤ ਸਿੰਘ ਜੀ ਵੀ ਬਰਾੜ ਸਾਹਿਬ ਵੀ ਨਾਲ ਨੇ। ਉਹਦਾ ਜਿਹੜਾ ਲੱਭੋ ਲਬਾਬ ਉਹ ਸਾਰਾ ਉਹਦੀ ਡਿਟੇਲ ਜਿਹੜੀ ਹੈ ਉਹ ਸਾਡੇ ਸੀਨੀਅਰ ਲੀਡਰ ਸਾਹਿਬਾਨ ਦੱਸਣਗੇ। ਔਰ ਇਹਦਾ ਮੁੱਦਾ ਮੁੱਖ ਤੌਰ 'ਤੇ ਜਿਹੜਾ ਹੈਗਾ ਤੁਹਾਨੂੰ ਸਭ ਨੂੰ ਪਤਾ ਹੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਜੋ ਸੂਬੇ ਦੇ ਵਿੱਚ 7 ਸਾਲ ਤੋਂ ਝੂਠ ਦਾ ਤੂਫਾਨ ਵਗਿਆ, ਉਹਦਾ ਜੋ ਗੁਰੂ ਮਹਾਰਾਜ ਨੇ ਉਹਦਾ ਜੋ ਸਾਹਮਣੇ ਲਿਆਂਦਾ ਸੱਚ ਅਖੀਰ ਦੇ ਵਿੱਚ, ਉਹਦੇ ਬਾਰੇ 'ਚ ਔਰ ਉਹਦੀਆਂ ਕੀ ਡਿਟੇਲਸ ਨੇ, ਉਹਦਾ ਕੀ ਪੱਖ ਹੈ ਔਰ ਉਹਦਾ ਪਾਰਟੀ ਵੱਲੋਂ ਸਾਡੇ ਸੀਨੀਅਰ ਲੀਡਰ ਸਾਹਿਬਾਨ ਦੱਸਣਗੇ ਕਿ ਸਾਡਾ ਅਗਲਾ ਅਸੀਂ ਕੀ ਚਾਹੁੰਦੇ ਹਾਂ। ਉਹ ਸਾਰੀ ਗੱਲ ਬਾਰੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਔਰ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ, ਉਹਨਾਂ ਦੇ ਨਾਲ ਬਰਾੜ ਸਾਹਿਬ ਨੇ, ਇਹ ਕਰਨਗੇ। ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਜਿਹੜੇ ਆਪਾਂ ਕੁਐਸਚਨਸ ਕਰਨੇ ਆ ਉਹ ਆਪਾਂ ਥੋੜ੍ਹਾ ਜਿਹਾ ਆਰਡਰਲੀ ਸਿਸਟਮ ਕਰ ਲਈਏ। ਇੱਧਰੋਂ ਸ਼ੁਰੂ ਕਰ ਲੈਂਦੇ ਹਾਂ, 1 ਬਾਈ 1 ਕਰ ਲਿਓ ਤੁਸੀਂ ਆਪਣੇ, ਉਹ ਤੋਂ ਬਾਅਦ ਇੱਧਰ ਆਓ ਜਾਂ ਇੱਧਰੋਂ ਸ਼ੁਰੂ ਕਰ ਲਿਆ, ਇੱਧਰ ਆ ਜਾਵਾਂਗੇ, ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ। ਥੋੜ੍ਹਾ ਜਿਹਾ ਸਿਸਟਮ ਹੋ ਜਾਏ ਤਾਂ ਕਿ ਉਹ ਆਪਸ ਵਿੱਚ ਹੀ ਤੁਹਾਡਾ ਜਿਹੜਾ ਹੁੰਦਾ ਕਈ ਵਾਰੀ ਹੋ ਜਾਂਦਾ, ਉਹ ਨਾ ਹੋਵੇ। ਠੀਕ ਹੈ ਜੀ। ਸੋ ਭੁੰਦੜ ਸਾਹਿਬ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਅੱਜ ਬਹੁਤ ਹੀ ਜੋ ਸਿੱਖ ਕੌਮ ਵਾਸਤੇ ਅਹਿਮ ਮਸਲਾ ਹੈ ਧਰਮ ਦਾ, ਜਿਸ 'ਤੇ 2015 ਤੋਂ ਲੈ ਕੇ 2022 ਆ ਗਿਆ, ਲਗਾਤਾਰ ਇਸ ਮਸਲੇ 'ਤੇ ਕੁਛ ਪੋਲੀਟੀਕਲ ਪਾਰਟੀਆਂ ਔਰ ਕੁਛ ਉਹਨਾਂ ਦੇ ਲੀਡਰ ਮੁੱਖ ਮੰਤਰੀ ਸਾਹਿਬਾਨ ਨਾਂ ਲੈ ਕੇ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਦੇ ਰਹੇ। ਉਸ ਮਸਲੇ 'ਤੇ ਜੋ ਅੱਜ ਰਿਪੋਰਟ ਆਈ ਹੈ, ਇਹ ਸਾਰੀਆਂ ਇਨਕੁਆਰੀਆਂ ਕਾਂਗਰਸ ਦੇ ਸਮੇਂ 'ਚ ਹੋਈਆਂ, ਭਾਵੇਂ ਉਹ ਸਾਹਿਬਿੰਦਰ ਸਿੰਘ ਦਾ ਰਾਜ ਸੀ। ਸਾਰੀਆਂ ਸਿੱਟਾਂ ਉਦੋਂ ਬਣੀਆਂ, ਕਮਿਸ਼ਨ ਉਦੋਂ ਬਣੇ, ਅਤੇ ਹੁਣ ਇਨਕੁਆਰੀ ਰਿਪੋਰਟ ਵੀ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਨਾਲ ਸੀ ਉਹ ਦੋਸ਼ਾਂ 'ਚ, ਉਸ ਦੇ ਸਮੇਂ ਰਿਲੀਜ਼ ਹੋਈ ਹੈ। ਇਸ ਰਿਪੋਰਟ ਆਉਣ ਤੋਂ ਬਾਅਦ ਤੁਸੀਂ ਸਾਰਿਆਂ ਨੇ ਤਕਰੀਬਨ 2 ਦਿਨ ਹੋ ਗਏ ਲਿਖ ਵੀ ਦਿੱਤਾ, ਪੜ੍ਹ ਵੀ ਲਿਆ। ਪਹਿਲਾਂ ਜਦੋਂ ਇਹ ਘਟਨਾ ਹੋਈ 2015 'ਚ, ਬਰਗਾੜੀ ਘਟਨਾ, ਜਿਹਦਾ ਕਿ ਸਿੱਖ ਕੌਮ 'ਚ ਬਹੁਤ ਵੱਡਾ ਦੁੱਖ ਅਤੇ ਰੋਸ਼ ਹੈ ਕਿ ਬਹੁਤ ਵੱਡੀ ਘਟਨਾ ਹੋਈ, ਉਸ ਸਮੇਂ 'ਤੇ ਅਕਾਲੀ ਦਲ ਦਾ ਰਾਜ ਸੀ। ਸਾਨੂੰ ਦੁੱਖ ਹੈ ਕਿ ਉਸ ਸਮੇਂ 'ਤੇ ਘਟਨਾ ਹੋਈ। ਅਸੀਂ ਵਾਰ-ਵਾਰ ਇਹਦਾ ਪਛਤਾਤਾਪ ਵੀ ਕੀਤਾ ਕਿ ਸਾਡੇ ਵੇਲੇ ਘਟਨਾ ਹੋਈ, ਮਾੜੀ ਗੱਲ ਹੋਈ, ਲੇਕਿਨ ਸਾਡੇ ਤੋਂ ਕਿਹਾ ਕਿ ਇਹਨਾਂ ਨੇ ਕੁਛ ਕੀਤਾ ਨਹੀਂ। 22 ਦਿਨਾਂ ਦੇ ਅੰਦਰ ਅੰਦਰ ਰਾਸ਼ਟਰਪਤੀ ਨੂੰ ਮਿਲੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਹੁਲ ਜੀ, ਔਰ ਇੱਥੇ ਗਵਰਨਰ ਨੂੰ ਮਿਲੇ ਇਹਨਾਂ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ, ਅਤੇ ਸਿੱਖ ਜਥੇਬੰਦੀਆਂ ਜੋ ਇਹਦੀ ਮੰਗ ਕਰਦੀਆਂ ਸੀ ਇਨਸਾਫ ਦੀ, ਇਹ ਸਾਰਿਆਂ ਨੇ ਕਿਹਾ ਕਿ ਸਾਨੂੰ ਇਤਬਾਰ ਨਹੀਂ, ਇਹ ਸਰਕਾਰ 'ਤੇ ਇਹ ਇਨਕੁਆਰੀ CBI ਨੂੰ ਦਿੱਤੀ ਜਾਵੇ। ਅਸੀਂ ਉਹ ਇਨਕੁਆਰੀ, ਤੁਹਾਡੇ ਕੋਲ ਡੇਟਾ ਨੇ, ਮੈਂ ਕਿਸੇ 'ਚ ਪੈਣਾ ਨਹੀਂ ਚਾਹੁੰਦਾ, ਉਹ ਇਨਕੁਆਰੀ CBI ਨੂੰ ਦੇ ਦਿੱਤੀ ਥੋੜ੍ਹੇ ਦਿਨਾਂ ਦੇ ਬਾਅਦ। CBI ਦੀ ਇਨਕੁਆਰੀ 4-5 ਮਹੀਨਿਆਂ ਬਾਅਦ ਸਰਕਾਰ ਬਦਲ ਗਈ, ਥੋੜ੍ਹੇ ਦੇਰ ਬਾਅਦ ਉਸ ਤੋਂ ਬਾਅਦ ਸਰਕਾਰ ਬਦਲ ਗਈ। ਉਹ ਸਰਕਾਰ ਬਦਲਣ ਤੋਂ ਬਾਅਦ ਇਨਕੁਆਰੀ ਇਹਨਾਂ ਨੇ ਵਾਪਸ ਲੈ ਲਈ। ਵਾਪਸ ਲੈ ਕੇ ਉਸ ਤੋਂ ਪਹਿਲਾਂ ਸਰਕਾਰੀਆ ਕਮਿਸ਼ਨ ਬਣਿਆ ਸਰ ਰਣਜੀਤ ਸਿੰਘ ਦਾ, ਜਸਟਿਸ ਰਣਜੀਤ ਸਿੰਘ ਦਾ। ਉਸ ਤੋਂ ਬਾਅਦ ਖਰੜਾ ਸਾਹਿਬ ਦੀ ਸਿੱਟ ਬਣੀ, ਫਿਰ IG ਪਰਮਾਰ ਸਾਹਿਬ ਦੀ ਸਿੱਟ ਬਣੀ। ਇਹ ਸਾਰੀਆਂ ਤਿੰਨੇ ਇਨਕੁਆਰੀਆਂ ਅਤੇ ਕਮਿਸ਼ਨ ਦੀ ਇਨਕੁਆਰੀ 'ਚ ਕਿਤੇ ਵੀ ਕਿਸੇ ਪੋਲੀਟੀਕਲ ਲੀਡਰ ਦਾ ਜਾਂ ਪੋਲੀਟੀਕਲ ਪਾਰਟੀ ਦਾ ਨਾਂ ਨਹੀਂ ਆਇਆ। ਜੋ ਦੋਸ਼ੀ ਪਹਿਲੀ ਇਨਕੁਆਰੀ ਸਨ ਉਹੀ ਆਖਰੀ ਇਨਕੁਆਰੀਆਂ ਤੱਕ ਆਏ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਘਟਨਾਵਾਂ ਹੋ ਰਹੀਆਂ ਨੇ, ਸਾਨੂੰ ਦੁੱਖ ਹੈ। ਮੈਂ ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈ, ਜੋ ਵੀ ਲੋਕ ਧਰਮ ਨੂੰ ਮੰਨਣ ਵਾਲੇ, ਮੈਂ ਉਹਨਾਂ ਅੱਗੇ ਅਪੀਲ ਕਰਦਾ ਕਿ ਸਿੱਖ ਧਰਮ ਸਰਬੱਤ ਦੇ ਭਲੇ ਦਾ ਧਰਮ ਹੈ, ਸਰਬ ਸਾਂਝਾ ਧਰਮ ਹੈ। ਜਿਸ ਧਰਮ ਦੀ ਮੁੱਢਲਾ ਸਾਨੂੰ ਗੁਰੂ ਨੇ ਸਿਖਾਇਆ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ, ਉਹਦੇ ਮੁਤਾਬਕ ਚੱਲਣ ਵਾਲਾ ਧਰਮ ਹੈ। ਔਰ ਹਮੇਸ਼ਾ ਅਸੀਂ ਅਰਦਾਸ ਕਰਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ, ਕਿ ਆਖਰ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਧਰਮ ਨੂੰ, ਉਸ ਕੌਮ ਦੀ ਲੀਡਰਸ਼ਿਪ ਨੂੰ ਬਦਨਾਮ ਕੀਤਾ ਗਿਆ। ਲੇਕਿਨ ਨਿਕਲਿਆ ਕਿ ਅੱਜ ਤੱਕ ਉਸ ਰਿਪੋਰਟ ਦੇ ਵਿੱਚ ਜੋ ਪਹਿਲੇ ਦਿਨ ਸੀ ਉਹੀ ਹੋਇਆ, ਲੇਕਿਨ ਸਿਰੇ ਅਜੇ ਤੱਕ ਵੀ ਗੱਲ ਇਹਨਾਂ ਤੋਂ ਲੱਗੀ ਨਹੀਂ ਕਿਸੇ ਦੋਸ਼ੀ ਨੂੰ। ਉਹਦੇ ਨਾਲ ਨਾਲ
ਜਿੱਥੇ 7 ਸਾਲ ਘਟਨਾਵਾਂ ਹੋ ਰਹੀਆਂ ਉੱਥੇ 2 ਬਹੁਤ ਵੱਡੀਆਂ ਘਟਨਾਵਾਂ ਹੋਈਆਂ, ਜਿਹੜੀਆਂ ਘਟਨਾਵਾਂ 'ਚ ਹਰਿਮੰਦਰ ਸਾਹਿਬ ਤੇ ਅਬਦਾਲੀਆਂ ਨੇ ਹਮਲੇ ਕੀਤੇ, ਬਲੂ ਸਟਾਰ ਹੋਏ, ਹੋਰ ਵੀ ਜ਼ੁਲਮ ਹੋਏ, ਲੇਕਿਨ ਗੁਰੀਲਾ ਅਟੈਕ ਆਜ਼ਾਦੀ ਤੋਂ ਬਾਅਦ ਜਾਂ ਇੰਨੇ ਲੰਬੇ ਸਮੇਂ ਬਾਅਦ ਪਹਿਲਾ ਹੋਇਆ, ਜਿਹੜਾ ਕਿ ਹਰਿਮੰਦਰ ਸਾਹਿਬ ਤੇ 24 ਸਤੰਬਰ ਨੂੰ ਇੱਕ ਨੌਜਵਾਨ ਲੜਕਾ ਟ੍ਰੇਨਡ ਛਾਲ ਮਾਰ ਕੇ ਅੰਦਰ ਲੰਘਿਆ ਤੇ ਉੱਥੋਂ ਸ੍ਰੀ ਸਾਹਿਬ ਚੁੱਕ ਕੇ ਬਾਹਰ ਕਰਨ ਲੱਗਿਆ ਸਾਡੇ ਹੈਡ ਜੋ ਉੱਥੇ ਸੇਵਾ ਗ੍ਰੰਥੀ ਸਨ ਪਾਠ ਕਰਦੇ ਜਾਂ ਗੁਰੂ ਗ੍ਰੰਥ ਸਾਹਿਬ ਤੇ। ਅਗਰ ਉਹ ਘਟਨਾ ਸਿਰੇ ਚੜ੍ਹ ਜਾਂਦੀ, ਗੁਰੂ ਇਹ ਸ਼ਕਤੀ ਨਾ ਬਖਸ਼ਦਾ ਕਿ ਉਹ ਫੜੇ ਜਾਂਦੇ, ਤਾਂ ਮੇਰਾ ਖਿਆਲ ਹੈ ਪਤਾ ਨਹੀਂ ਇਸ ਦੁਨੀਆ 'ਚ ਕੀ ਹੋਣਾ ਸੀ ਔਰ ਕੀ ਉਹਦੇ ਨਤੀਜੇ ਨਿਕਲਣੇ ਸੀ। ਕੋਈ ਇਨਕੁਆਰੀ ਨਹੀਂ, ਬੰਦਾ ਸੰਗਤ ਨੇ ਫੜ ਕੇ ਮਾਰਤਾ। ਅਸੀਂ ਮੰਗ ਕੀਤੀ ਕਿ ਇਹਦਾ DNA ਟੈਸਟ ਕਰਾਓ, ਇਸ ਦੀ ਇਨਕੁਆਰੀ ਕਰੋ ਕਿ ਇਹਦੇ ਪਿੱਛੇ ਬੈਕਗਰਾਊਂਡ ਕੀ ਹੈ, ਸਾਸ਼ ਕੀ ਐਡੀ ਵੱਡੀ ਘਟਨਾ ਦੀ। ਇਹ ਤਾਂ ਸਾਰੇ ਦੇਸ਼ ਤਰਥੱਲੀ ਮੱਚ ਜਾਂਦੀ, ਦੁਨੀਆ 'ਚ ਮੱਚ ਜਾਂਦੀ, ਲੇਕਿਨ ਕੋਈ ਇਨਕੁਆਰੀ ਨਹੀਂ। ਫਿਰ ਅਨੰਦਪੁਰ ਸਾਹਿਬ, ਦੂਜਾ ਤਖਤ ਪਟਨਾ ਜਿਹੜਾ ਅਨੰਦਪੁਰ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬੰਦਾ ਫੜਾਤਾ ਇਹਨਾਂ ਨੂੰ ਜਿੰਦਾ, ਤੀਜੇ ਦਿਨ ਛੱਡਤਾ ਕਿ ਤਾਂ ਜਜਮੈਂਟਲ ਹੈ। ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ, ਲੇਕਿਨ ਇਹ ਤਾਂ ਬਹੁਤ ਵੱਡੀਆਂ ਘਟਨਾਵਾਂ ਦਾ ਮੈਂ ਜ਼ਿਕਰ ਕਰਦਾ ਕਿ ਕੀ ਤੁਸੀਂ ਇਹਦਾ ਹੱਲ ਕਰਨਾ ਚਾਹੁੰਦੇ ਸੀ ਕਿ ਇਹ ਸਾਰੀ ਪੋਲੀਟਿਕਸ ਹੀ ਖੇਡਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ। ਇਹਨਾਂ ਨੇ ਸਾਨੂੰ ਦੁੱਖ ਹੈ ਕਿ ਸਾਡੇ ਗੁਰੂ ਦੇ ਨਾਂ 'ਤੇ ਜਿਹੜੇ ਕਿ ਗੁਰੂ ਮੰਨਣ ਵਾਲੇ ਲੋਕ ਨਹੀਂ, ਉਹ ਗੁਰੂ ਨੂੰ ਮੰਨਦੇ ਨੇ, ਜਿਨ੍ਹਾਂ ਲੋਕਾਂ ਨੇ ਬਲੂ ਸਟਾਰ ਕੀਤੇ, ਜਿਨ੍ਹਾਂ ਲੋਕਾਂ ਨੇ ਕਿੰਨੇ ਹੀ ਗੁਰਦੁਆਰੇ ਸਾਹਿਬ ਸਾੜੇ, ਉਹ ਮੰਗਾਂ ਕਰਦੇ ਨੇ ਕਿ ਉਹ ਕਹਿੰਦੇ ਨੇ ਅਸੀਂ ਧਰਮ ਦੇ ਰਾਖੇ ਬਣੇ ਹੋਏ ਹਾਂ, ਜਿਨ੍ਹਾਂ ਨੇ ਏਡੇ ਏਡੇ ਹਮਲੇ ਆਜ਼ਾਦੀ ਤੋਂ ਬਾਅਦ ਕੀਤੇ ਸਾਡੇ ਗੁਰੂ 'ਤੇ। ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅੱਜ ਵੀ ਇਹਦਾ ਹੱਲ ਇਹ ਕੋਈ ਕੱਢ ਨਹੀਂ ਸਕੇ। ਰਿਪੋਰਟ ਦੇ ਵਿੱਚ ਜੋ 7 ਸਾਲ ਸਾਨੂੰ ਬਦਨਾਮ ਕਰਨ ਲੱਗੇ ਸਾਡੀ ਲੀਡਰਸ਼ਿਪ ਨੂੰ, ਔਰ ਉਹ ਬਦਨਾਮ ਕੋਈ ਇਹ ਨਹੀਂ ਕਹਿੰਦੇ ਅਸੀਂ ਨਹੀਂ ਕਿਹਾ, ਕਿਸੇ ਨੇ ਅਮਰਿੰਦਰ ਸਿੰਘ ਨੇ ਕਿਹਾ ਨਾਂ ਲੈ ਕੇ ਬਾਦਲ ਸਾਹਿਬ ਦਾ, ਫਿਰ ਇਸਨੇ ਚੰਨੀ ਸਰਦਾਰ ਚਰਨ ਸਿੰਘ ਚੰਨੀ ਨੇ ਕਿਹਾ ਨਾਂ ਲੈ ਕੇ ਬਾਦਲ ਸਾਹਿਬ ਦਾ, ਫਿਰ ਸਾਹਿਬ ਭਗਵੰਤ ਸਿੰਘ ਮਾਨ ਨੇ ਕਿਹਾ ਨਾਂ ਲੈ ਕੇ ਬਾਦਲ ਸਾਹਿਬ ਦਾ, ਫਿਰ ਕੇਜਰੀਵਾਲ ਸਾਹਿਬ ਨੇ ਬਾਦਲ ਸਾਹਿਬ ਦਾ ਨਾਂ ਲਿਆ। ਕੀ ਹੁਣ ਇਹ ਜਿਹੜੀ ਇਹ ਪੋਲੀਟਿਕਸ ਕਰਦੇ, ਜਿਹੜੇ ਕਹਿੰਦੇ ਅਸੀਂ ਪੋਲੀਟਿਕਸ ਨਹੀਂ ਕਰਦੇ, ਹਾਲੇ ਦਾ ਕੋਈ ਕੱਢ ਨਹੀਂ ਸਕੇ 7 ਸਾਲ 'ਚ, ਤੇ ਹਜੇ ਘਟਨਾਵਾਂ ਵਾਪਰੀ ਜਾਂਦੀਆਂ। ਤੇ ਏਡੀਆਂ ਏਡੀਆਂ ਘਟਨਾਵਾਂ ਜਿਹੜੀਆਂ ਮੈਂ 2 ਜ਼ਿਕਰ ਕੀਤੇ ਨੇ ਵੱਡੀਆਂ ਦਾ, ਹਰ ਇੱਕ ਘਟਨਾ ਵੱਡੀ, ਲੇਕਿਨ ਇਹ ਤਾਂ ਆਖਰੀ ਘਟਨਾ ਹੀ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਅਟੈਕ ਹੋ ਗਿਆ, ਗੁਰੀਲਾ ਅਟੈਕ ਹੋ ਗਿਆ, ਤੇ ਜਾਂ ਅਨੰਦਪੁਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਅਟੈਕ ਹੋ ਗਿਆ, ਤਖਤ ਸਾਹਿਬ ਤੇ। ਇਹ ਸਾਰੇ ਦੇ ਮਸਲੇ ਤੇ ਜੋ ਇਹਨੇ ਕੀਤਾ, ਕੀ ਉਸ ਦੀ ਅੱਜ ਇਹ ਜਿਹੜਾ ਗੁਰੂ ਦਾ ਨਾਂ ਲੈ ਕੇ ਸਿਆਸਤ ਕੀਤੀ ਔਰ ਗੁਰੂ ਦੇ ਨਾਂ ਤੇ ਕੁਫਰ ਬੱਜਰ ਪਾਪ ਕੀਤੇ, ਉਸ ਬੱਜਰ ਪਾਪ ਦੇ ਗੁਰੂ ਦੇ ਚਰਨਾਂ ਜਾ ਕੇ ਸੰਗਤ ਦੇ ਸਾਹਮਣੇ ਖੜ ਕੇ ਕੀ ਇਹ ਮੁਆਫੀ ਮੰਗਣਗੇ ਕਿ ਅਸੀਂ ਇਹ ਬੱਜਰ ਪਾਪ ਕੀਤੇ, ਗੁਨਾਹ ਹੋਇਆ ਸਾਥੋਂ, ਇਹ ਜਿਹੜਾ ਸਾਰਾ ਝੂਠ ਬੋਲਿਆ। ਸੋ ਇਸ ਕਰਕੇ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ, ਸਾਰੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਆਪਾਂ ਇਹਦੇ ਇਨਸਾਫ ਵਾਸਤੇ, ਘਟਨਾ ਨੂੰ ਰੋਕਣ ਵਾਸਤੇ ਆਪਾਂ ਯਤਨ ਕਰੀਏ। ਇਹ ਲੋਕਾਂ ਨੇ ਲਗਾਤਾਰ ਸਿਆਸਤ ਕੀਤੀ ਹੈ ਔਰ ਉਹ ਸਿਆਸਤ ਦੇ ਉੱਤੇ ਹੋਰ ਬਹੁਤ ਸਾਡੇ ਕੋਲ ਸਬੂਤ ਨੇ, ਲੇਕਿਨ ਆਹ ਤਾਂ ਇਹਨਾਂ ਦੀਆਂ ਰਿਪੋਰਟਾਂ ਹੀ ਦੱਸ ਰਹੀਆਂ ਨੇ ਸਾਰੀਆਂ, ਤੁਸੀਂ ਪੜ੍ਹ ਲਈਆਂ, ਸਾਡੀ ਕਹਿਣ ਦੀ ਲੋੜ ਨਹੀਂ। ਸਾਰਾ ਯਤਨ ਕੀਤਾ ਇਹਨਾਂ ਨੇ ਔਰ ਮੈਂ ਧੰਨਵਾਦੀ ਹਾਂ ਉਹਨਾਂ ਜਿਨ੍ਹਾਂ ਅਫਸਰ ਇਨਕੁਆਰੀ 'ਚ ਬੈਠੇ ਸਨ, ਜਿਨ੍ਹਾਂ ਅਫਸਰਾਂ ਨੇ ਇੰਨੇ ਵੱਡੇ ਪ੍ਰੈਸ਼ਰ ਦੇ ਬਾਵਜੂਦ ਫਿਰ ਵੀ ਇਨਸਾਫ ਦਾ ਪੱਲਾ ਨਹੀਂ ਛੱਡਿਆ। ਮੈਂ ਉਹਨਾਂ ਅਫਸਰਾਂ ਦਾ ਵੀ ਧੰਨਵਾਦੀ ਹਾਂ ਕਿ ਇੰਨਾ ਪ੍ਰੈਸ਼ਰ ਕੀਤਾ। ਹਜੇ ਬੋਲੀ ਜਾਂਦੇ ਨੇ ਅਸੀਂ ਹੋਰ ਸਬੂਤ ਲਿਆਵਾਂਗੇ। ਤੁਸੀਂ 7 ਸਾਲ 'ਚ ਗੁਰੂ ਤੋਂ ਖਿਮਾ ਮੰਗੋ, 7 ਸਾਲ ਤੁਸੀਂ ਸਾਡੇ ਗੁਰੂ ਦੇ ਨਾਂ 'ਤੇ ਸਿਆਸਤ ਕਰਦੇ ਹੋ, ਸਾਨੂੰ ਬਦਨਾਮ ਕਰਨ ਵਾਸਤੇ ਹੋਰ ਤਰੀਕਾ ਕੱਢ ਲਓ, ਕੋਈ ਕਰ ਲਓ, ਲੇਕਿਨ ਗੁਰੂ ਨੂੰ ਲਿਆ ਕੇ ਜੋ ਤੁਸੀਂ ਬੱਜਰ ਪਾਪ ਕਰ ਰਹੇ ਹੋ, ਤੁਹਾਨੂੰ ਗੁਰੂ ਮਾਫ ਨਹੀਂ ਕਰੇਗਾ। ਇਸ ਕਰਕੇ ਸਾਡੀ ਕੋਈ ਇਹਨਾਂ ਨਾਲ ਹੈ ਨਹੀਂ। ਅਸੀਂ ਤਾਂ ਸਮਝਦੇ ਹਾਂ ਕਿ ਜੇ ਇਹਨਾਂ ਨੂੰ ਗੁਰੂ ਦਾ ਭਾਇਆ ਹੈ, ਜੋ ਇਹਨਾਂ ਨੇ ਝੂਠ ਪਾਪ ਜੋ ਇਹ ਕੁਫਰ ਤੋਲੇ ਨੇ, ਉਹਦੇ ਗੁਰੂ ਦੇ ਚਰਨਾਂ 'ਚ ਆ ਕੇ ਸੰਗਤ ਦੇ ਸਾਹਮਣੇ ਖੜ ਕੇ ਮਾਫੀ ਮੰਗਣ, ਤਾਂ ਕਿ ਇਸ ਤੇ ਅੱਗੇ ਨੂੰ ਕੋਈ ਸਿਆਸਤ ਨਾ ਕਰੇ। ਔਰ ਸਾਡੇ ਗੁਰੂ ਦੀ ਬੇਅਦਬੀ ਰੋਕਣ ਵਾਸਤੇ ਐਡੇ ਵੱਡੇ ਸਖਤ ਕਾਨੂੰਨ ਬਣਨੇ ਚਾਹੀਦੇ। ਸਾਡਾ ਗੁਰੂ ਹੈ, ਭਾਵੇਂ ਕੋਈ ਹੋਰ ਧਰਮ ਹੈ, ਕਿ ਕੋਈ ਵੀ ਉਸ 'ਤੇ ਇਸ ਤਰ੍ਹਾਂ ਦੀ ਘਟਨਾ ਵਾਪਰੇ, ਤਾਂ ਕਿ ਇਸ ਧਰਮ ਦੀਆਂ ਘਟਨਾ ਦੇ ਉੱਤੇ ਆ ਕੇ ਬਹੁਤ ਵੱਡੇ ਉਹਦੇ ਨਤੀਜੇ ਨਿਕਲਦੇ ਨੇ, ਗਲਤ ਨਤੀਜੇ ਰੋਕੇ ਜਾਣ। ਸੋ ਇਸ ਕਰਕੇ ਮੈਂ ਸਾਰੀਆਂ ਗੱਲਾਂ ਕਹਿਣ ਦੇ ਨਾਲ ਯਤਨ ਕਰਾਂਗਾ ਕਿ ਜੋ ਇਹਦੇ ਕਾਨੂੰਨੀ ਪੱਖ ਨੇ, ਕਾਨੂੰਨੀ ਪੱਖ ਗਰੇਵਾਲ ਸਾਹਿਬ ਬੈਠੇ ਨੇ, ਇਹ ਪੜ੍ਹ ਕੇ ਕੋਈ ਪੁਆਇੰਟ ਹੋਇਆ ਉਹ ਦੱਸਣਗੇ। ਮੈਂ ਇਕੱਲਾ ਸਿਰਫ ਧਾਰਮਿਕ ਪੁਆਇੰਟ 'ਤੇ ਇੰਨੀ ਗੱਲ ਕਹਿ ਕੇ ਥੋਥੋਂ ਖਿਮਾ ਮੰਗਦਾ, ਤੇ ਗੁਰੂ ਕਿਰਪਾ ਕਰੇ ਇਹਨਾਂ ਨੂੰ ਸਮੱਤ ਦੇਵੇ, ਹੁਣ ਇਹ ਸਿਆਸਤ ਨੂੰ ਛੱਡ ਕੇ ਅਸਲੀ ਥਾਂ 'ਤੇ ਆਉਣ ਔਰ ਆਪ ਮਾਫੀ ਮੰਗਣ ਸੰਗਤ। ਭੁੰਦਰ ਸਾਹਿਬ ਨੇ ਤੁਹਾਡੇ ਕੋਲ ਪ੍ਰੇਮਾ ਫਸ਼ਾਈ ਸਾਰੀਆਂ ਗੱਲਾਂ ਦੱਸੀਆਂ। ਮੈਂ ਤਾਂ ਇਸ ਇਨਕੁਆਇਰੀ ਰਿਪੋਰਟ ਦੀ ਜਿਹੜੀ ਇੰਪੋਰਟੈਂਸ ਹੈ, ਜਿਹੜੇ ਇਸ਼ੂਜ਼ ਹੈ, ਉਹ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਹੈ। ਗੁਰਬਾਣੀ ਦੀ ਤੁਕ ਪੜ੍ਹ ਲਈ ਦੀ ਸੀ, ਪਰ ਪਤਾ ਨਹੀਂ ਸੀਗਾ ਕਿ ਇਹ ਕਦੋਂ ਸੱਚ ਹੁੰਦੀ ਹੈ, ਪਰ ਉਹ ਸੱਚ ਹੋ ਗਈ। ਜਦ ਪੜ੍ਹਦੇ ਨਾ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਬਹੁਤ ਕੱਟਾ ਉਡਾਉਣ ਦੀ ਕੋਸ਼ਿਸ਼ ਕੀਤੀ ਗਈ, ਬਹੁਤ ਝੂਠੀਆਂ ਕਹਾਣੀਆਂ ਬਣਾ ਕੇ ਗੱਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਲਟੀਮੇਟਲੀ ਸੱਚਾਈ ਪ੍ਰਵੇਲ ਕੀਤੀ ਹੈ।
2015 ਚ ਜਦ ਘਟਨਾਵਾਂ ਹੋਈਆਂ, ਘਟਨਾਵਾਂ ਤੋਂ ਬਾਅਦ ਤੇ ਘਟਨਾਵਾਂ ਵੇਲੇ ਰਲਾ ਕੇ ਪੰਜਾਬ ਵਿੱਚ ਹੁਣ ਤੱਕ 4 ਪੋਲੀਟੀਕਲ ਪਾਰਟੀਆਂ ਦੇ ਕੋਲ ਸੱਤਾ ਰਹੀ। ਘਟਨਾਵਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਕੋਲ ਸੀ, ਉਦੋਂ ਬਾਅਦ ਕਾਂਗਰਸ ਕੋਲ, ਤੇ ਉਦੋਂ ਬਾਅਦ ਆਮ ਆਦਮੀ ਪਾਰਟੀ ਕੋਲ। ਅਕਾਲੀ ਦਲ ਨੂੰ ਇਹ ਦੋਸ਼ੀ ਫੜਨ ਦੇ ਵਿੱਚ ਅੜਿੱਕਾ ਡਾਉਣ ਵਾਲੀਆਂ ਸ਼ਕਤੀਆਂ ਸੀਗੀਆਂ ਕੌਣ? ਕਾਂਗਰਸ ਤੇ ਆਮ ਆਦਮੀ ਪਾਰਟੀ। ਕਿਉਂਕਿ ਜਦ ਇਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਨੇ ਜੁਡੀਸ਼ੀਅਲ ਪ੍ਰੋਬ ਆਰਡਰ ਕਰਤੀ ਬਾਦਲ ਸਾਹਿਬ ਨੇ ਅਗਲੇ ਦਿਨ ਇੰਸੀਡੈਂਟ ਤੋਂ ਬਾਅਦ, ਪਰ ਬਾਜਵਾ ਸਾਹਿਬ ਕੀ ਕਹਿਣ ਲੱਗੇ, ਪ੍ਰਤਾਪ ਸਿੰਘ ਬਾਜਵਾ ਜੀ, ਅਸੀਂ ਜਿਹੜੀ ਹੈਗੀ ਆ ਜੁਡੀਸ਼ੀਅਲ ਪ੍ਰੋਬ ਨੂੰ ਰਿਜੈਕਟ ਕਰਦੇ ਆ, ਇਹ ਸੁਪਰੀਮ ਕੋਰਟ ਦੇ ਜੱਜ ਤੋਂ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀ ਕਹਿਤਾ, ਕਹਿੰਦੇ ਕੈਪਟਨ ਸਾਹਿਬ ਕਹਿੰਦੇ ਕਾਂਟ ਟਰਸਟ ਪੰਜਾਬ ਪੁਲਿਸ ਇਨਕੁਆਇਰੀ, ਇਹ ਗੱਲ ਹੈਗੀ ਆ 22 ਅਕਤੂਬਰ 2015 ਬਾਜਵਾ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ, ਬਾਜਵਾ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਲੀਡਰ ਸੀ। ਉਸ ਤੋਂ ਬਾਅਦ ਬਾਜਵਾ ਸਾਹਿਬ ਨੇ ਜਦ ਕਿਹਾ ਕਿ ਇਹ ਇਨਕੁਆਇਰੀ ਪੰਜਾਬ ਦੀ ਤੋਂ ਨਹੀਂ, ਸਾਨੂੰ ਤੇ ਇਹ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਤੇ ਟਰਸਟ ਨਹੀਂ ਕਰਦੇ। ਰਾਹੁਲ ਗਾਂਧੀ ਹੋਣੀ ਆਏ, ਉਹਨਾਂ ਨੇ ਵੀ ਕਿਹਾ ਤੇ ਪ੍ਰੈਜ਼ੀਡੈਂਟ ਨੂੰ ਮਿਲੇ, ਇਨਕੁਆਇਰੀ ਸੀਬੀਆਈ ਕੋਲ ਚਲੇਗੀ 7 ਤੋਂ 20 ਕੇ 22 ਦਿਨ ਬਾਅਦ। ਸਾਨੂੰ ਉਸ ਗੱਲ ਦਾ ਰਿਗਰੈਟ ਹਮੇਸ਼ਾ ਰਹੂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸੱਤਾ ਸਮੇਂ ਇਹ ਦੁਰਭਾਗੀ ਘਟਨਾ ਵਾਪਰੀ ਤੇ ਅਸੀਂ ਦੋਸ਼ੀਆਂ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਸਕੇ। ਪਰ ਅੱਜ ਦੁੱਖ ਬੜਾ ਇਸ ਗੱਲ ਦਾ ਹੁੰਦਾ ਹੈ ਕਿ ਕੋਈ ਸਿਸਟਮ ਹੁੰਦਾ, ਕੋਈ ਪ੍ਰੋਸੀਜਰ ਹੁੰਦਾ ਹੈ। ਇਹਨਾਂ ਦੇ ਕਹਿਣ ਤੇ ਸੀਬੀਆਈ ਕੋਲ ਚਲੇ ਗਈ, ਸੀਬੀਆਈ ਨੇ ਕਲੋਜ਼ਰ ਰਿਪੋਰਟ ਦੇਤੀ। ਹੁਣ ਤੁਸੀਂ ਦੱਸੋ ਕਿ ਸੀਬੀਆਈ ਦੇ ਕੋਲ ਜਦ ਡਿਸਕਲੋਜ਼ਰ ਰਿਪੋਰਟ ਆਈ ਤਾਂ ਕਿਹਨੇ ਆਬਜੈਕਟ ਕੀਤਾ? ਕੰਪਲੇਨੈਂਟ ਨੇ। ਕੰਪਲੇਨੈਂਟ ਕੌਣ ਸੀ? ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਫਸਟ FIR ਲਿਖਾਉਣ ਵਾਲਾ ਹੈ ਕਿ ਇਹ ਰਿਪੋਰਟ ਨੂੰ ਅਸੀਂ ਕਦੇ ਐਕਸੈਪਟ ਨਹੀਂ ਕਰ ਸਕਦੇ। ਪਰ ਇਹਨਾਂ ਨੇ ਸਾਰਿਆਂ ਨੇ ਸੀਬੀਆਈ ਕੋਲ ਵਜਾ ਦੀ। ਚਲੋ ਖੱਟੜਾ ਸਾਹਿਬ ਦੀ ਸਿੱਟ ਬਣੀ, ਖੱਟੜਾ ਸਾਹਿਬ ਦੀ ਸਿੱਟ ਤੇ ਕੁਝ ਪਟੀਸ਼ਨਾਂ ਪਈਆਂ, ਆਬਜੈਕਸ਼ਨ ਹੋਇਆ ਕਿ ਇਹਨਾਂ ਤੋਂ ਫੇਅਰ ਐਂਡ ਇੰਡੀਪੈਂਡੈਂਟ ਇਨਕੁਆਇਰੀ ਦੀ ਆਸ ਨਹੀਂ। ਹਾਈ ਕੋਰਟ ਨੇ ਇੰਟਰਵੀਨ ਕਰਕੇ ਉਸ ਸਿੱਟ ਦਾ ਮੁਖੀ ਚੇਂਜ ਕਰ ਦਿੱਤਾ ਤੇ IG ਲੁਧਿਆਣਾ ਰੇਂਜ ਉਸ ਦਾ ਸਿੱਟ ਦਾ ਇੰਚਾਰਜ ਬਣਾ ਦਿੱਤਾ। ਅੱਜ ਮੈਂ ਇੱਕ ਸਵਾਲ ਸਿੱਧਾ ਉਹਨਾਂ ਲੋਕਾਂ ਨੂੰ ਕਰਦਾ ਜਿਹੜੇ ਸਾਡੇ ਉਲਟ ਢੋਡੋਰਾ ਪੱਟਦੇ ਸੀ ਤੇ ਹੁਣ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਆਈ ਜਦ ਸੱਚ ਸਾਹਮਣੇ ਆਇਆ ਕਿ ਉਹ ਦੋਸ਼ੀਆਂ ਨਾਲ ਰਲੇ ਹੋਏ ਨੇ, ਜਿਹੜੇ ਅੱਜ ਵੀ ਇਨਕੁਆਇਰੀ ਰਿਪੋਰਟ ਆਈ ਨੂੰ ਆਪਣੀ ਉਹਦੇ ਤੇ ਤਸੱਲੀ ਨਹੀਂ ਦੱਸਦੇ। ਮੈਂ ਤਾਂ ਸਮਝਦਾ ਕਿ ਉਹ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ ਡੇਰੇ ਵਾਲਿਆਂ ਨਾਲ ਰਲੇ ਹੋਏ ਆ, ਉਹਨਾਂ ਦਾ ਪੱਖ ਪੂਰਦੇ ਆ ਕਿ ਇਹ ਇਨਕੁਆਇਰੀ ਜੇ ਸਸਟੇਨ ਕਰ ਗਈ, ਜੇ ਇਨਕੁਆਇਰੀ ਦੇ ਨਾਲ ਪ੍ਰੋਸੀਕਿਊਸ਼ਨ ਵਿੱਚ ਕਨਵਿਕਸ਼ਨ ਹੋ ਗਈ ਤਾਂ ਹੂ ਆਰ ਗੋਇੰਗ ਟੂ ਬੀ ਸਫਰਿੰਗ? ਨਾਈਦਰ ਕਾਂਗਰਸ ਨੌਰ ਆਮ ਆਦਮੀ ਪਾਰਟੀ ਨੌਰ ਅਕਾਲੀ ਦਲ ਕਿਉਂ ਰੌਲਾ ਪਾ ਰਹੇ ਹੈ? ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਕੋਈ ਜ਼ਾਬਤਾ ਹੁੰਦਾ ਹਰ ਗੱਲ ਦਾ। ਸਰਦਾਰ ਪ੍ਰਤਾਪ ਸਿੰਘ ਬਾਜਵਾ ਬੜੇ ਸੀਜ਼ਨਡ ਪੋਲੀਟੀਸ਼ੀਅਨ ਨੇ, ਇਹਨਾਂ ਦੀ ਇੱਕ ਚੈਨਲ ਤੇ ਇੰਟਰਵਿਊ ਦੇਖੀ, ਕਹਿੰਦੇ ਮੇਰੇ ਮਨ ਨੂੰ ਤਾਂ ਸ਼ਾਂਤੀ ਤਾਂ ਪਊਗੀ ਜੇ ਬਾਦਲ ਸਾਹਿਬ ਤੇ ਸੁਖਬੀਰ ਜੀ ਤੇ ਸੁਮੇਧ ਸੈਣੀ ਫੜੇ ਜਾਣ। ਤੇ ਮੈਂ ਜੇ ਕੱਲ ਨੂੰ ਕਹਿਣ ਲਵਾਂ ਤੇ ਮੇਰੇ ਮਨ 'ਚ ਸ਼ਾਂਤੀ ਤਾਂ ਪਊਗੀ ਕਿ 1984 ਵਾਲੇ ਜੇ ਬਾਜਵਾ ਸਾਹਿਬ ਤੇ ਸੁਖਜਿੰਦਰ ਸਿੰਘ ਦਾ ਨਾਮ ਫੜਿਆ ਜਾਵੇ। ਇਹ ਗੱਲਾਂ ਮੰਨਦੀਆਂ ਕਦੇ? ਐਵੀਡੈਂਸ ਚਾਹੀਦਾ। ਹੁਣ ਜਦ ਇਹ ਸਿੱਟ ਦੇ ਕੋਲ ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ, ਫਸਟ ਸਿਟਿੰਗ ਵਿੱਚ ਇਹਨਾਂ ਨੇ ਕੀ ਕੀਤਾ ਕਿ ਪਬਲਿਕ ਨੋਟਿਸ ਇਸ਼ੂ ਕੀਤਾ ਕਿ ਜਿਹਦੇ ਕੋਲ ਵੀ ਜਿਸ ਤਰ੍ਹਾਂ ਦਾ ਵੀ ਕੋਈ ਐਵੀਡੈਂਸ ਹੈਗਾ ਕੁਆ ਦਿਸ ਇਨਸੀਡੈਂਟਸ ਜਿਹੜੇ 3 ਨੇ, ਜਿਹਦੇ 'ਚ ਗੁਰੂ ਸਾਹਿਬ ਦੇ ਸਰੂਪ ਦਾ ਗਾਇਬ ਹੋਣਾ, ਗੁਰੂ ਸਾਹਿਬ ਦੇ ਅੰਗਾਂ ਨੂੰ ਖਿਲਾਰਨਾ, ਕੰਧਾਂ ਤੇ ਇਸ਼ਤਿਹਾਰ ਲਾਉਣੇ, ਕਿ ਕਿਸੇ ਕੋਲ ਵੀ ਕਿਸੇ ਤਰ੍ਹਾਂ ਦਾ ਐਵੀਡੈਂਸ ਹੈਗਾ ਉਹ ਸਾਡੇ ਕੋਲ ਆ ਕੇ ਪੇਸ਼ ਹੋਵੇ। ਇਹ ਠੀਕ ਹੈ ਕਿ ਸਿੱਟ ਨੇ ਆਪਣੀ ਇਨਵੈਸਟੀਗੇਸ਼ਨ 'ਚ ਲਿਖਿਆ ਕਿਉਂਕਿ ਪੁਰਾਣਾ ਹੋ ਗਿਆ ਸੀ, ਐਵੀਡੈਂਸ ਲੱਭਣਾ ਔਖਾ ਸੀ, ਪਰ ਉਹਦੇ ਬਾਵਜੂਦ ਉਹਨਾਂ ਨੇ ਪਬਲਿਕ ਨੋਟਿਸ ਦਿੱਤਾ। ਹੁਣ ਮੇਰਾ ਕੁਐਸਚਨ ਹੈ, ਜਿਹੜੇ ਲੋਕ ਇਸ ਰਿਪੋਰਟ ਨੂੰ ਕੁਐਸਚਨ ਕਰਦੇ ਆ
ਉਹਨਾਂ ਨੇ ਉਸ ਨੋਟਿਸ ਦੇ ਰਿਸਪੌਂਸ ਤੇ ਜਿਹੜਾ ਉਹਨਾਂ ਕੋਲ ਐਵੀਡੈਂਸ ਸੀ ਅਵੇਲੇਬਲ ਕਿਉਂ ਨਹੀਂ ਸਿੱਟ ਨੂੰ ਦਿੱਤਾ? ਜੇ ਸੀ ਤਾਂ ਕੋਈ ਕਿਉਂ ਹੁਣ ਉਹ ਰਿਪੋਰਟ ਆਈ ਤੋਂ ਬਾਅਦ ਯੂ ਐਂਡ ਕਰਾਈ ਕਰ ਰਹੇ ਨੇ? ਕਾਰਨ ਉਹਦਾ ਮੈਂ ਜੋ ਤੁਹਾਨੂੰ ਦੱਸਿਆ, ਉਹਨਾਂ ਦੇ ਇੰਟਰਸਟ ਕਿਤੇ ਹੋਰ ਲਾਈ ਕਰਦੇ ਨੇ। ਉਹਨਾਂ ਨੂੰ ਉਸ ਚੀਜ਼ ਦਾ ਦਰਦ ਹੋ ਰਿਹਾ ਕਿ ਜੇ ਫੜਿਆ ਗਿਆ ਸਜ਼ਾ ਹੋਗੀ, ਸਾਡਾ ਨੁਕਸਾਨ ਹੋਊਗਾ। ਸਾਡਾ ਉਹਨਾਂ ਦਾ ਨੁਕਸਾਨ ਕਿਉਂ ਹੋਊਗਾ? ਜੇ ਦੋਸਤ ਉਹਨਾਂ ਦਾ ਮਰੂਗਾ ਤਾਂ ਹੀ ਨੁਕਸਾਨ ਹੋਊਗਾ ਨਾ। ਜੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ, ਜੇ ਉਹਨਾਂ ਦੇ ਮਨ 'ਚ ਗੁਰੂ ਸਾਹਿਬ ਲਈ ਸਤਿਕਾਰ, ਜੇ ਉਹਨਾਂ ਦੇ ਮਨ 'ਚ ਗੁਰੂ ਸਾਹਿਬ ਲਈ ਭੈ, ਤਾਂ ਮੈਂ ਸਮਝਦਾ ਕਦੇ ਵੀ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ 7 ਸਾਲ ਨਾ ਹੁੰਦੀ। ਹੁਣ ਨੂੰ ਦੋਸ਼ੀ ਦੀ ਸਜ਼ਾ ਭੁਗਤਦੇ ਹੁੰਦੇ। ਫਿਰ ਉਦੋਂ ਵੱਡੀ ਜਿਹੜੀ ਗੱਲ ਹੈ, ਖੱਟੜਾ ਸਾਹਿਬ ਦੀ ਜਾਂ ਸਿੱਟ ਚੇਂਜ ਹੋਈ, ਖੱਟੜਾ ਸਾਹਿਬ ਦੀ ਇੱਕ ਚੈਨਲ ਤੇ ਤੁਸੀਂ ਵੀਡੀਓ ਦੇਖੀ, ਆਡੀਓ ਦੇਖੀ, ਇੰਟਰਵਿਊ ਦੇਖੀ, ਉਹਨਾਂ ਨੇ ਕਲੀਅਰ ਕਿਹਾ ਕਿ ਇਹਦੇ ਵਿੱਚ ਕੋਈ ਵੀ ਪੋਲੀਟੀਕਲ ਇਨਵੋਲਵਮੈਂਟ ਨਾ ਮੌਜੂਦਾ ਗਵਰਨਮੈਂਟ ਦੀ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਸੀ, ਨਾ ਪ੍ਰੀਵੀਅਸ ਗਵਰਨਮੈਂਟ ਦੀ ਹੈ, ਤੇ ਨਾ ਹੀ ਮੈਨੂੰ ਉਹਨਾਂ ਵੱਲੋਂ ਕਦੇ ਕਿਸੇ ਨੇ ਪ੍ਰੈਸ਼ਰ ਕੀਤਾ ਗਿਆ, ਕਿਉਂਕਿ ਇਨਸੀਡੈਂਟ ਦੇ ਟਾਈਮ ਤੇ ਹੀ ਵਾਜ਼ DIG ਰੇਂਜ। ਉਹਨਾਂ ਨੇ ਕਿਹਾ, ਉਦੋਂ ਕਿਉਂ ਨਾ ਬੋਲੇ? ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਦੇਰ ਇਜ਼ ਆਲਵੇਜ਼ ਅ ਰੇ ਆਫ ਹੋਪ। ਸਰਵਾਈਵ ਕਿਉਂ ਕਰ ਰਿਹਾ ਸਮਾਂ, ਸਰਵਾਈਵ ਕਿਉਂ ਕਰ ਰਹੀ ਹੈ ਇਹ ਸੋਸਾਇਟੀ? ਕਿ ਕੁਛ ਨਾ ਕੁਛ ਹਾਲੇ ਵੀ ਇਹੋ ਜਿਹੇ ਸਪਾਈਨ ਵਾਲੇ ਲੋਕ ਹੈ ਜਿਹੜੇ ਪ੍ਰੈਸ਼ਰ ਦੇ ਥੱਲੇ ਫਾਲ ਨਹੀਂ ਕਰਦੇ। ਇਸੇ ਕਮਰੇ 'ਚ ਤੁਹਾਡੇ ਨਾਲ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜਦ ਵਕਤ ਦੇ ਚੀਫ ਮਿਨਿਸਟਰ ਚੰਨੀ ਜੀ, ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਹੋਮ ਸੈਕਟਰੀ ਐਡਵੋਕੇਟ ਜਨਰਲ ਰਣਬੀਰ ਸਿੰਘ ਖੱਟੜਾ, 2 MLA, ਉਹਨਾਂ ਨੇ ਗਵਰਨਰ ਦੀ ਐਨੈਕਸੀ ਵਿੱਚ ਮੀਟਿੰਗ ਕੀਤੀ ਸੀ ਇਸੇ ਸਿੱਟ ਦੇ ਇੰਚਾਰਜ ਨਾਲ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ। ਪਰ ਵੀ ਮਸਟ ਸਲੂਟ ਐਂਡ ਐਪਰੀਸ਼ੀਏਟ ਕਿ ਇੰਨੇ ਪ੍ਰੈਸ਼ਰ ਦੇ ਬਾਵਜੂਦ ਵੀ ਉਸ ਆਫੀਸਰ ਨੇ ਪ੍ਰੈਸ਼ਰ ਨੂੰ ਸਕੰਬ ਨਹੀਂ ਕੀਤਾ। 2 ਦਾ 2 ਦੂਣੀ 4 ਹੀ ਰਹਿਣ ਦਿੱਤਾ ਉਹਨੂੰ, ਨਾ 5 ਕੀਤਾ ਨਾ 3 ਕੀਤਾ। ਹੁਣ ਸਿਚੁਏਸ਼ਨ ਕੀ ਹੈ? ਰਿਪੋਰਟ ਆ ਗਈ। ਰਿਪੋਰਟ ਅਪ੍ਰੈਲ ਵਿੱਚ ਸਿੱਟ ਨੇ ਸਬਮਿਟ ਕਰਤੀ, ਡਾਇਰੈਕਟਰ ਆਫ ਬਿਊਰੋ ਆਫ ਇਨਵੈਸਟੀਗੇਸ਼ਨ ਨੇ। ਉਹਨਾਂ ਨੇ ਉਸ ਤੋਂ ਬਾਅਦ ਅਪਰੂਵਲ ਲਈ ਹੋਮ ਸੈਕਟਰੀ ਨੂੰ ਭੇਜਤੀ ਫਾਰ ਪ੍ਰੋਸੀਕਿਊਸ਼ਨ। ਅਪਰੂਵਲ ਆ ਗਈ। ਹੁਣ ਉਦੋਂ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਇੱਕ ਗੱਲ ਦੀ ਬੜੀ ਪਰੇਸ਼ਾਨੀ ਹੈ ਕਿ ਬਜਾਏ ਇਹ ਗੱਲ ਦੇ ਕਿ ਇਹ ਬਾਜਵਾ ਸਾਹਿਬ ਤੇ ਕਾਂਗਰਸ ਤੇ ਵੜਿੰਗ ਸਾਹਿਬ ਤੇ ਜਿਹੜੇ ਵੀ ਹੋਰ ਕੋਈ ਆਏ, ਇੱਕ ਅੱਧਾ ਆਮ ਦਾ ਵੀ ਲੀਡਰ ਹੈ ਜਿਹੜਾ ਜਿਹਨੂੰ ਹਾਈ ਕੋਰਟ ਨੇ ਚੰਡਤਾ ਸੀ, ਉਹਦੇ ਵੀ ਖੁਰਕ ਹੁੰਦੀ ਆ ਥੋੜੀ ਜੀ। ਦੇ ਸ਼ੁੱਡ ਹੈਵ ਟੈਂਡਰਡ ਅਨਕੁਆਲੀਫਾਈਡ ਅਪੋਲੋਜੀ ਬਿਫੋਰ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਨੰਗੇ ਪੈਰੀ ਜਾ ਕੇ ਮਾਫੀ ਮੰਗਦੇ ਕਿ ਸੱਚੇ ਪਾਤਸ਼ਾਹ ਤੂੰ ਤਕੜਾ, ਅਸੀਂ ਮਾੜੇ। ਅਸੀਂ ਬਹੁਤ ਜ਼ੋਰ ਲਾਇਆ ਬਾਦਲਾਂ ਨੂੰ ਤੇ ਅਕਾਲੀ ਦਲ ਨੂੰ ਫਸਾਉਣ ਲਈ, ਪਰ ਨਹੀਂ ਫਸ ਸਕੇ ਕਿਉਂਕਿ ਸੱਚ ਨਹੀਂ ਸੀ, ਕਹਾਣੀ ਸੱਚ ਨਹੀਂ ਸੀਗੀ। ਤੇ ਅਸੀਂ ਆਪਣੇ ਗੁਨਾਹਾਂ ਦਾ ਪਛਤਾਤਾਪ ਕਰਦੇ ਹਾਂ ਕਿਉਂਕਿ ਕਦੇ ਵੀ ਗਵਾਹ ਤਿਆਰ ਕੀਤੇ ਜਾ ਸਕਦੇ ਨੇ, ਡਾਕੂਮੈਂਟ ਫੈਬਰੀਕੇਟ ਕੀਤੇ ਜਾ ਸਕਦੇ ਨੇ, ਪਰ ਜਿਹੜੇ ਸਰਕਮਸਟੈਂਸਸ ਆ ਉਹਨਾਂ ਨੂੰ ਕਦੇ ਆਲਟਰ ਨਹੀਂ ਕੀਤਾ ਜਾ ਸਕਦਾ। ਤੁਸੀਂ ਸਾਰੀ ਪੜ੍ਹੋ ਡਿਟੇਲ ਰਿਪੋਰਟ। ਮੈਂ 467 ਤੁਹਾਡੇ ਨਾਲ ਬਹੁਤਾ ਨਹੀਂ ਕਰਨਾ। ਰਿਪੋਰਟ 'ਚ ਕੋਰਟ ਨੇ ਇੱਕ ਥਾਂ ਇਹ ਵੀ ਕਿਹਾ ਹੈਗਾ ਇਹਨਾਂ ਨੇ ਕਿ ਅਸੀਂ ਟਾਵਰਸ ਤੋਂ ਵੀ ਚੈੱਕ ਕੀਤਾ, ਅਸੀਂ ਆਪਣੇ ਬੈਸਟ ਐਫਰਟ ਵੀ ਕੀਤੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਕੀਤਾ ਗਿਆ ਉਹਨੂੰ ਪ੍ਰਾਪਤ ਕਰਨ ਲਈ ਵੀ ਨਹੀਂ ਕਰ ਸਕੇ। ਮਤਲਬ ਦੇ ਹੈਵ। ਫਿਰ ਉਹਨਾਂ ਨੇ ਸਾਰੀ ਆਪਣੀ ਰਿਪੋਰਟ ਵਿੱਚ, ਕਿਉਂਕਿ ਅਦਾਲਤ ਦਾ ਹੁਕਮ ਸੀ ਕਿ CBI ਦੀ ਇਨਵੈਸਟੀਗੇਸ਼ਨ 'ਚ ਜਿਨ੍ਹਾਂ ਨੇ ਸਾਰੇ ਮੁਲਜ਼ਮਾਂ ਨੂੰ ਐਗਜ਼ੋਨਰੇਟ ਕਰਤਾ ਸੀ ਕਿ ਉਹਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਉਹ ਵੀ ਦੇਖਣਾ ਚਾਹੀਦਾ। ਇਸ ਰਿਪੋਰਟ ਵਿੱਚ ਉਹਨਾਂ ਨੇ ਉਹ ਰਿਪੋਰਟ ਵੀ ਕੰਸੀਡਰ ਕਰਕੇ ਸਟੈਪ ਬਾਈ ਸਟੈਪ ਉਹਨਾਂ ਦੀ ਹਰ ਇਸ਼ੂ ਤੇ, ਜਿੱਥੇ ਉਹਨਾਂ ਨੇ ਲਾਈ ਡਿਟੈਕਟਰ ਟੈਸਟ ਕਰਾਇਆ, ਦੂਜੇ ਟੈਸਟ ਕਰਾਏ, ਤੀਜੇ ਕਰਾਏ, ਉਹਨਾਂ ਨੂੰ ਡਿਸਟਿੰਕਸ਼ਨ ਦਿੱਤੀ। ਉਹਨਾਂ ਵਿੱਚ ਡਿਸਟਿੰਕਸ਼ਨ ਕਰਕੇ ਉਸ ਤੋਂ ਬਾਅਦ ਇਹ ਆਪਣੇ ਫਾਈਨਲ ਤੇ ਪਹੁੰਚੇ। ਹੁਣ ਮੇਨ ਕੌਨਸਪੀਰੇਟਰ ਰਾਮ ਰਹੀਮ ਰਸੇ ਹੈ, ਮੇਨ ਅਕਿਊਜ਼ਡ ਆਲਰੇਡੀ ਮਰ ਚੁੱਕਾ ਬਿੱਟੂ। ਸੋ ਸਾਡਾ ਅੱਜ ਤੁਹਾਡੇ ਕੋਲ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਕਹਿੰਦੇ ਆ ਕਿ ਬਹੁਤ ਘਟੀਆ ਰਾਜਨੀਤੀ ਕਰ ਲਈ ਤੇ ਬਹੁਤ ਲੰਮਾ ਅਰਸਾ ਕਰ ਲਈ, ਤੁਸੀਂ ਸਿਸਟਮ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਸੋਚਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉਹਨਾਂ ਦਾ 22 ਅਕਤੂਬਰ 15 ਵਾਲਾ ਬਿਆਨ ਦਿਖਾਇਆ ਜਾਵੇ, ਉਹ ਕਹਿੰਦੇ ਪੰਜਾਬ ਪੁਲਿਸ ਤੇ ਇਤਬਾਰ ਨਹੀਂ ਗਾ।
ਫਿਰ ਪੰਜਾਬ ਪੁਲਿਸ ਨੂੰ CBI ਤੋਂ ਲੈ ਕੇ ਵਾਪਸ ਇਨਕੁਆਇਰੀ ਦਿੰਦਿਆ ਸੀ ਤਾਂ ਨਾ ਉਦੋਂ ਕਿਹਾ ਨਾ ਹੁਣ ਕਿਹਾ। ਆਫਟਰ ਆਲ ਸਿਸਟਮ ਤਾਂ ਹੀ ਸਰਵਾਈਵ ਕਰੂਗਾ ਜੇ ਸਿਸਟਮ ਨੂੰ ਚੱਲਣ ਦੇਣਗੇ ਪੋਲੀਟੀਕਲ ਸੈਟਅਪ। ਹੁਣ ਕਈ ਕਾਂਗਰਸੀ ਸਵਾਲ ਕਰਦੇ ਆ, ਪਰ ਮੈਂ ਇੱਕ ਸਵਾਲ ਜ਼ਰੂਰ ਕਹੂੰਗਾ। ਮੈਂ ਉਹ ਸਾਰੇ ਲੋਕਾਂ ਨੂੰ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ, ਭਾਵੇਂ ਉਹ ਕਾਂਗਰਸ ਦੇ ਲੀਡਰ ਨੇ, ਭਾਵੇਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਜਥੇਬੰਦੀਆਂ ਕਹਾਉਂਦੀਆਂ ਨੇ, ਜਿਨ੍ਹਾਂ ਸਾਰਿਆਂ ਨੇ ਬਿਨਾਂ ਸ਼ਹਾਦਤ ਦੇ, ਬਿਨਾਂ ਸਬੂਤ ਦੇ, ਬਿਨਾਂ ਕਿਸੇ ਵਜ੍ਹਾ ਦੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਦਰਵੇਸ਼ ਸਿਆਸਤਦਾਨ ਜਿਹਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਹਮੇਸ਼ਾ ਕੁਰਬਾਨੀਆਂ ਕੀਤੀਆਂ, ਉਸ ਤਰ੍ਹਾਂ ਨੂੰ ਦੋਸ਼ੀਆਂ ਦੇ ਕਟਹਿਰੇ 'ਚ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਆਖਰ ਸੱਚ ਸਾਹਮਣੇ ਆ ਗਿਆ। ਹੁਣ ਅੱਜ ਅਸੀਂ ਇਹ ਜਿੱਥੇ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਉਹ ਗੁਰੂ ਸਾਹਿਬ ਤੋਂ ਮਾਫੀ ਮੰਗਣ, ਅਕਾਲੀ ਦਲ ਇਸ ਗੱਲ ਤੇ ਵੀ ਵਿਚਾਰ ਕਰੂਗਾ। ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਆਫਟਰ ਕੰਸਲਟੇਸ਼ਨ ਵਿਦ ਲੀਗਲ ਐਕਸਪਰਟਸ ਅਸੀਂ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਬਿਨਾਂ ਕਿਸੇ ਵਜ੍ਹਾ ਅਕਾਲੀ ਦਲ ਦੇ ਸੀਨੀਅਰ ਮੋਸਟ ਲੀਡਰਸ ਤੇ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਡੈਫੇਮੇਸ਼ਨ ਦੇ ਕੇਸਿਸ ਵੀ ਪਾਵਾਂਗੇ। ਮੈਂ ਆਖਰ ਵਿੱਚ ਇੱਕ ਗੱਲ ਕਹਿ ਕੇ ਆਪਣੀ ਗੱਲ ਮੁਕਾਉਣਾ ਕਿ ਇਹ ਜਿਹੜੀ ਸਿੱਟ ਬਣੀ, ਇਹ ਸਿੱਟ ਬਣੀ ਮਾਨਯੋਗ ਹਾਈ ਕੋਰਟ ਦੇ ਕਹਿਣ ਤੇ। ਠੀਕ, ਉਹਨਾਂ ਨੇ ਰਿਪੋਰਟ ਕਰਤੀ ਸਬਮਿਟ। ਹੁਣ ਅੱਜ ਜਿਹੜੇ ਜਿਵੇਂ ਬਾਜਵਾ ਸਾਹਿਬ ਦੀ ਕੱਲ ਦੀ ਇੰਟਰਵਿਊ ਹੈ, ਰਾਜਾ ਵੜਿੰਗ ਦੀ ਵੀ ਹੈ, ਇੱਕ ਦੋ ਪ੍ਰੈਸਾਂ ਛਪੀ ਹੋਈ ਹੈ, ਆਮ ਆਦਮੀ ਪਾਰਟੀ ਦੇ ਇੱਕ MLA ਦੀ ਹੈ ਛਪੀ ਹੋਈ, ਉਹਨੂੰ ਤਾਂ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਜਿੰਨਾ ਕਿ ਤੁਹਾਡੇ ਨਾਲ MLA ਸਾਹਿਬ ਪਹਿਲਾਂ ਹਾਈ ਕੋਰਟ ਨੇ ਕਰਤਾ ਨਾ, ਜਿੰਨਾ ਚ ਤੁਸੀਂ ਐਗਜ਼ੋਨੋਰੇਟ ਨਹੀਂ ਹੁੰਦੇ ਉਹਦੇ ਚੋਂ, ਉਦੋਂ ਪਹਿਲਾਂ ਤਾਂ ਤੁਹਾਨੂੰ ਬੋਲਣ ਦਾ ਹੀ ਹੱਕ ਹੋਈ ਨਹੀਂ। ਉਸ ਰਿਪੋਰਟ ਵਿੱਚ ਜਿਹੜੀ ਪਹਿਲੀ ਚ ਉਹਨਾਂ ਦੀ ਸੇਵਾ ਕੀਤੀ ਗਈ ਹੈ, ਹਾਈ ਕੋਰਟ ਨੇ, ਮਾਨਯੋਗ ਨੇ ਇੱਥੇ ਤੱਕ ਲਿਖਿਆ ਇਹ ਬੰਦੇ ਨੇ 3 ਸਾਲ ਪਹਿਲਾਂ ਬਾਦਲਾਂ ਨੂੰ ਦੋਸ਼ੀ ਡਿਕਲੇਅਰ ਕਰਤਾ ਸੀ, ਪਰ ਇਹਦੇ ਕੋਲ ਸਬੂਤ ਨਾ ਹੋਣ ਕਰਕੇ 3 ਸਾਲ 'ਚ ਚਲਾਨ ਨਹੀਂ ਪੇਸ਼ ਕਰ ਸਕਿਆ ਉਹਨਾਂ ਦੇ ਉਲਟ। ਤੇ ਜਿਹੜੀ ਇਹ ਵਜ੍ਹਾ ਬਣਾਉਂਦਾ ਉਹ ਵਜ੍ਹਾ ਕੋਈ ਨਹੀਂ ਕਿ DGP ਨੂੰ ਟੈਲੀਫੋਨ ਤੇ ਗੱਲ ਕਰ ਲਈ। ਹੁਣ ਮੈਂ ਆਖਰ 'ਚ ਇੱਕ ਗੱਲ ਕਹਿਣੀ ਚਾਹੁੰਦਾ, ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਤੇ ਦੂਸਰੇ ਲੀਡਰ ਸਾਹਿਬਾਨ ਜਿਹੜੇ ਨਹੀਂ ਉਹਨਾਂ ਦੀ ਤਸੱਲੀ ਹੋਈ ਜਾਂ ਜਿਹੜੇ ਕੋਈ ਜਥੇਬੰਦੀਆਂ ਵਾਲੇ ਆ, ਉਹ ਕਹਿੰਦੇ ਆ ਜੀ ਜਿਹੜੇ ਆ ਲੋਕ ਕਹਿੰਦੇ ਇਹਨਾਂ ਦੀ ਗੱਲ ਸੁਣੋ। ਜੇ ਲੋਕਾਂ ਨੇ ਸੁਣਿਆ ਗੱਲ, ਸਿਸਟਮ ਨੂੰ ਬਾਈਪਾਸ ਕਰਕੇ ਪਰਚੇ ਕਰਨੇ ਆ, ਪਹਿਲਾਂ ਤਾਂ ਪਰਚਾ ਸਾਰਾ ਇੰਦਰਾ ਦੀ ਗਾਂਧੀ ਦੇ ਪਰਿਵਾਰ ਤੇ ਹੁੰਦਾ ਫॉर ਰੇਜਿੰਗ ਵਾਰ ਅਗੇਂਸਟ ਦੀ ਸਿੱਖਸ ਤੇ ਡਿਮੋਲਿਸ਼ਨ ਆਫ ਦਰਬਾਰ ਸਾਹਿਬ, ਕਿਉਂਕਿ ਦੁਨੀਆ ਕਹਿੰਦੀ ਆ, ਕਿਹੜਾ ਕਹਿੰਦਾ ਕਿ ਜਿਹੜਾ 1984 ਦੇ ਉੱਥੇ ਕਤਲੇਆਮ ਹੋਇਆ ਉਹਦੇ ਲਈ ਉਹ ਗਾਂਧੀ ਪਰਿਵਾਰ ਦੋਸ਼ੀ ਨਹੀਂ ਹੈ, ਸਾਰੇ ਕਹਿੰਦੇ ਆ। ਮੈਂ ਇਹ ਨਹੀਂ ਗੱਲ ਕਹਿੰਦਾ ਕਿ ਮੈਂ ਉਹਨੂੰ ਉਸ ਸਿਸਟਮ ਨੂੰ ਸਪੋਰਟ ਕਰਦਾ, ਪਰ ਜੇ ਲੋਕਾਂ ਦੇ ਕਹਿਣ ਤੇ ਹੀ ਹੋਣਾ। ਹੁਣ ਜਦ ਮੂਸੇਵਾਲੇ ਦਾ ਕਤਲ ਹੋਇਆ ਲੋਕ ਕੀ ਕਹਿੰਦੇ ਆ, ਮੂਸੇਵਾਲੇ ਦੀ ਮਾਂ ਨੇ ਕੀ ਕਿਹਾ, ਮੂਸੇਵਾਲੇ ਦੇ ਫਾਦਰ ਨੇ ਕੀ ਕਿਹਾ ਕਿ ਪੰਜਾਬ ਸਰਕਾਰ ਨੇ ਸਾਡਾ ਮੁੰਡਾ ਮਰਵਾਤਾ। ਫਿਰ ਤਾਂ ਕਿ ਇੰਨੀ ਨਾ NIA ਲਾਉਣੀ ਚਾਹੀਦੀ ਸੀ, ਨਾ CBI ਲੱਗਣੀ ਚਾਹੀਦੀ ਸੀ, ਨਾ ਸਿੱਟਾਂ ਬਣਨੀਆਂ ਚਾਹੀਦੀਆਂ ਸੀਗੀਆਂ। ਜਿਨ੍ਹਾਂ ਦਾ ਪੁੱਤ ਮਰਿਆ ਉਹ ਕਹਿ ਰਿਹਾ ਕਿ ਪੰਜਾਬ ਸਰਕਾਰ ਨੇ ਮਰਵਾਇਆ ਤੇ ਉਹਨਾਂ ਨੂੰ ਫਿਰ ਪਰਚਾ ਕਰ ਦੇਣਾ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਰਚੇ ਹੈ, ਕੋਈ ਬੰਦਾ ਕੀ ਕਹਿ ਦਿੰਦਾ ਨਹੀਂ ਚਾਹੀਦਾ ਪਰਚੇ ਹੁੰਦੇ, ਇਹਦੇ ਲਈ ਅਨਰਿਬਟੇਬਲ ਪ੍ਰਾਈਮਾ ਫੇਸ਼ੀ ਐਵੀਡੈਂਸ ਚਾਹੀਦਾ, ਜਿਹੜਾ ਇਹ ਕੇਸਾਂ ਵਿੱਚ ਜੋ 7 ਸਾਲ ਦੇ ਬਹੁਤ ਲੰਬੀ ਐਕਸਰਸਾਈਜ਼ ਤੋਂ ਬਾਅਦ ਜਿਹੜੀ ਆ ਰਿਪੋਰਟ ਰਿਲੀਜ਼ ਹੋਈ ਆ, ਉਹਨੇ ਸਾਫ਼ ਕਰ ਦਿੱਤਾ ਕਿ ਜੋ ਲੋਕ ਝੂਠ ਬੋਲਦੇ ਸੀ, ਉਹ ਸਮਾਨ ਤੇ ਥੁੱਕਣ ਦੇ ਬਰਾਬਰ ਗੱਲ ਕਰਦੇ ਸੀ, ਉਹਨਾਂ ਦੇ ਮੂੰਹ ਤੇ ਪਿਆ। not even iota, not even a passing reference about ਅਕਾਲੀ ਦਲ ਔਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ, ਇਹ ਇਸ 467 ਪੇਜ ਦੀ ਰਿਪੋਰਟ 'ਚ, not only this, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ, ਕਮਿਸ਼ਨ ਦੀ 'ਚ ਕਿਤੇ ਹੈ, ਕਿਤੇ ਵੀ ਉਹਨਾਂ ਨੇ ਗਿਲਟੀ ਕੀਤਾ ਹੋਵੇ। ਈਵਨ ਕੰਵਰ ਵਿਜੇ ਪ੍ਰਤਾਪ ਵੀ ਕੋਸ਼ਿਸ਼ ਕਰਦਾ ਰਿਹਾ, ਕਿੰਨੇ ਚਲਾਨ ਪੇਸ਼ ਕੀਤੇ, ਉਹਨੇ ਜਦ ਵੀ ਕਿਹਾ ਉਹਨੇ ਕਿਹਾ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਮੈਂ ਹੋਰ ਚਲਾਨ ਪੇਸ਼ ਕਰੂੰ, ਕੋਈ ਤਾਂ ਜ਼ਰੂਰਤ ਨਹੀਂ ਕਰ ਸਕਿਆ ਕਿਉਂਕਿ ਐਵੀਡੈਂਸ ਹੈ ਨਹੀਂ ਹੈ। ਹਮੇਸ਼ਾ ਅਲਟੀਮੇਟਲੀ ਕੋਈ ਨਾ ਕੋਈ ਗੱਲ ਲੀਗਲ ਟਰਮੀਨੋਲੋਜੀ ਸਟੈਂਡ ਕਰਨ ਲਈ ਐਵੀਡੈਂਸ ਚਾਹੀਦਾ। ਸੋ ਅੱਜ ਤੁਹਾਡੇ ਜ਼ਰੀਏ
ਇੱਕ ਤਾਂ ਉਹ ਸਮੁੱਚੇ ਲੋਕਾਂ ਤੋਂ, ਭਾਵੇਂ ਉਹ ਕਾਂਗਰਸ ਦੇ ਲੀਡਰ ਆ, ਭਾਵੇਂ ਉਹ ਆਮ ਆਦਮੀ ਪਾਰਟੀ ਨਾਲ ਤਲਕ ਰੱਖਣ ਵਾਲੇ ਲੀਡਰ ਆ, ਕਿ ਬਹੁਤ ਖੇਡ ਲਿਆ। ਪਰ ਅਫਸੋਸ ਇਸ ਗੱਲ ਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖੇਡੀ ਗਈ ਰਾਜਨੀਤੀ ਜਿਹੜੀ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਫੇਥ ਹੈ, ਉਹ ਸਿੱਖਾਂ ਦਾ ਨਹੀਂ, ਉਹ ਮਨੁੱਖਤਾ ਦਾ ਫੇਥ ਹੈ। ਜਿਹੜੀ ਤੁਸੀਂ ਘਟੀਆ ਰਾਜਨੀਤੀ ਗੁਰੂ ਸਾਹਿਬ ਦੇ ਨਾਮ ਤੇ ਖੇਡੀ, ਗੁਰੂ ਸਾਹਿਬ ਤੁਹਾਨੂੰ ਸਮੱਤ ਬਖਸ਼ਣ ਤੇ ਤੁਸੀਂ ਨੰਗੇ ਪੈਰੀ ਜਾ ਕੇ ਆਪਣੇ ਗੁਨਾਹਾਂ ਦਾ ਪਛਤਾਵਾ ਕਰੋ। ਬਾਕੀ ਅਕਾਲੀ ਦਲ ਆਪਣੇ ਲੀਗਲ ਐਡਵਾਈਜ਼ਰਸ ਨਾਲ ਕੰਸਲਟ ਕਰਕੇ we will go for defamation against those leaders, those who have created all this nuisance and nonsense without anything। ਹੋਰ ਕਿਸੇ ਨੇ ਸਵਾਲ ਕਰਨਾ ਹੈ? ਹਰੀਸ਼ ਜੀ ਵੀ ਆ ਗਏ ਨੇ, ਇਹਨਾਂ ਦੀ ਵੀ ਰਿਪੋਰਟ ਥੋਰੋ ਪੜ੍ਹੀ ਹੋਈ ਹੈ। ਕਿਸੇ ਨੇ ਸਵਾਲ ਕਰਨਾ ਹੈ ਤੁਸੀਂ ਆਪਣਾ ਦੱਸ ਸਕਦੇ ਹੋ, ਇਸ ਇਸ਼ੂ ਤੇ ਕਿਸੇ ਨੇ ਵੀ ਕਰਨਾ। ਇੱਕ ਮਿੰਟ ਜੇ ਟਾਂਡਾ ਸਾਹਿਬ ਕਹਿ ਲੈਣੀ ਚਾਹੀਦੀ। ਹਰੀਸ਼ ਰਾਏ ਟਾਂਡਾ ਜੀ ਆਏ ਨੇ, ਇਹ ਵੀ ਪ੍ਰੈਸ ਕਾਨਫਰੰਸ ਦਾ ਹਿੱਸਾ ਨੇ, ਇਹਨਾਂ ਨੇ ਆਪਣਾ ਰਿਵਿਊ ਦੇਣਾ ਖਾਸ। ਇੱਕ ਤਾਂ ਉਹ ਹੈ, ਇੱਕ ਦੋ ਗੱਲਾਂ ਜਿਹੜੀਆਂ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੇ ਔਰ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੇ ਤੁਹਾਡੇ ਨਾਲ ਕੀਤੀਆਂ ਨੇ, ਉਹ ਮੈਂ ਥੋੜ੍ਹਾ ਜਿਹਾ ਰੀਐਮਫੇਸਾਈਜ਼ ਕਰਦਾ ਤਾਂ ਕਿ ਉਹ ਜਿਹੜੀ ਗੱਲ ਹੈ ਤੁਹਾਨੂੰ ਜਿਹੜੀ ਕਹਿੰਦੇ ਹੁੰਦੇ ਵੀ ਰਜਿਸਟਰਡ ਪ੍ਰੋਪਰਲੀ ਹੋ ਜਾਏ। ਇੱਕ ਤਾਂ ਇਹ ਹੈ ਕਿ ਅਸੀਂ ਇਸ ਲੜਾਈ ਨੂੰ ਸ਼੍ਰੋਮਣੀ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਜਾਂ ਕੋਈ ਵੀ ਸਾਡੇ ਪੋਲੀਟੀਕਲ ਵਿਰੋਧੀ, ਅਸੀਂ ਇਹਨੂੰ ਕਦੇ ਵੀ ਇੱਦਾਂ ਨਹੀਂ ਸਮਝਿਆ। ਅਸੀਂ ਹਮੇਸ਼ਾ ਹੀ ਇਹ ਸਮਝਿਆ ਕਿ ਇਹ ਸੱਚ ਦੀ ਲੜਾਈ ਹੈ ਔਰ ਇਹ ਜਿਹੜੀ ਕੁਫਰ ਔਰ ਬੱਜਰ ਪਾਪ, ਜਿਹੜੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਕੁਫਰ ਬੱਜਰ ਪਾਪ ਔਰ ਜਿਹੜੇ ਝੂਠ ਬੋਲੇ ਨੇ, ਉਹ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਮੱਥਾ ਲਾਇਆ ਮੱਥਾ ਲਾਉਣ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਹਿਮਾਕਤ ਕੀਤੀ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਆਏ ਹਾਂ ਕਿ ਸਾਨੂੰ ਛੱਡੋ, ਤੁਸੀਂ ਗੁਰੂ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਸ ਤਰ੍ਹਾਂ ਦੇ ਕੁਫਰ, ਇਸ ਤਰ੍ਹਾਂ ਦੇ ਬੱਜਰ ਪਾਪ ਮਤ ਕਰੋ, ਗੁਰੂ ਦੇਖ ਰਿਹਾ। ਔਰ ਜਿਹੜੀ ਓੜਕ ਸੱਚ ਰਹੀ ਦੀ ਗੱਲ ਆ, ਉਹਦੇ ਨਾਲ ਇਹ ਵੀ ਹੈ ਕਿ ਪਾਪੀ ਨੂੰ ਸਜ਼ਾ ਫਿਰ ਪਾਪੀ ਦੇ ਪਾਪ ਵੀ ਦੇਣ ਦੇ ਹੁੰਦੇ। ਤੋ ਉਹ ਜਿਹੜੀ ਗੱਲ ਹੈ ਉਹਨੂੰ ਮੈਂ ਇੱਕ ਤਾਂ ਰੀਐਮਫੇਸਾਈਜ਼ ਕਰਾਂ ਕਿ ਅਸੀਂ ਇਹਨਾਂ ਤੋਂ ਇਹ ਮੰਗ ਕਰਦੇ ਹਾਂ, ਔਰ ਉਹ ਪੰਥ ਦਾ ਜਜ਼ਬਾ ਆ, ਸੰਗਤ ਦਾ ਜਜ਼ਬਾ ਆ, ਕਿ ਜੇ ਕੋਈ ਬੰਦਾ ਵੀ ਪਿੰਡ ਦਾ ਹੋਵੇ, ਸਟੇਟ ਦਾ ਹੋਵੇ, ਕਿਸੇ ਦਾ ਵੀ ਹੋਵੇ, ਜੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਕੁਫਰ ਤੋਲਦਾ, ਬੱਜਰ ਪਾਪ ਕਰਦਾ, ਹੀ ਓਜ਼ ਐਨ ਅਪੋਲੋਜੀ, ਉਹਨੂੰ ਮਾਫੀ ਮੰਗਣੀ ਬਣਦੀ ਹੈ, ਸਾਡੇ ਤੋਂ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਔਰ ਸਮੂਹਕ ਤੌਰ ਤੇ ਔਰ ਜਨਤਕ ਤੌਰ ਤੇ ਔਰ ਸਪਸ਼ਟ ਅੱਖਰਾਂ 'ਚ, ਤਾਂ ਕਿ ਇਹ ਬਾਕੀ ਜ਼ਿੰਦਗੀ ਜ਼ਮੀਰ ਤੋਂ, ਆਪਣੀ ਜ਼ਮੀਰ ਤੋਂ ਬਚ ਕੇ ਸ਼ਾਂਤੀ ਨਾਲ ਜੀ ਸਕਣ। ਇੱਕ ਚੀਜ਼। ਦੂਸਰੀ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਜਿਹੜੀਆਂ ਰਿਪੋਰਟਸ ਆਈਆਂ, ਮੈਂ ਦੋ ਸਰਕਾਰਾਂ, ਜਿਹੜੀ ਕਾਂਗਰਸ ਪਾਰਟੀ ਦੀ, ਇੱਕ ਆਮ ਆਦਮੀ ਪਾਰਟੀ ਦੀ, ਔਰ SITs, ਔਰ 3 ਮੁੱਖ ਮੰਤਰੀ, ਔਰ ਪਤਾ ਨਹੀਂ ਕਿੰਨੇ ਰੰਧਾਵਾ ਸਾਹਿਬ ਵਰਗੇ ਮੰਤਰੀ, ਔਰ ਕਿੰਨੇ ਜਾਂ ਵੜਿੰਗ ਸਾਹਿਬ ਵਰਗੇ ਲੀਡਰ, ਇਹ ਅਨਕੋਨਸਟੀਟਿਊਸ਼ਨਲ ਤਰੀਕੇ ਦੇ ਨਾਲ ਜੋ ਕੁਫਰ ਕਰ ਸਕਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਦੇ ਉੱਤੇ, ਇਹ ਕਰਦੇ ਰਹੇ। ਉਹਦੇ ਬਾਵਜੂਦ 2 ਸਰਕਾਰਾਂ, 3 ਮੁੱਖ ਮੰਤਰੀ ਔਰ SITs ਔਰ ਈਵਨ ਸੂਬੇ ਦੀ ਸਰਵਉੱਚ ਅਦਾਲਤ ਨੇ ਸੱਚਾਈ ਨੂੰ ਵਿੰਡੀਕੇਟ ਪਹਿਲਾਂ ਹੀ ਕੀਤਾ। ਔਰ ਆਖਰ 'ਚ ਕਹਿੰਦੇ ਹੁੰਦੇ ਆ, ਇੱਕ ਪੈਰਾਡੌਕਸ ਹੈ ਦੁਨੀਆ ਦਾ, ਕਿ ਜਿਹੜਾ ਬੰਦਾ ਪਾਪ ਕਰਦਾ, ਪ੍ਰਮਾਤਮਾ ਉਹਦੇ ਰਾਹੀਂ ਹੀ ਅਖੀਰ ਦੇ ਵਿੱਚ ਪਰਦਾ ਚੁਕਾਉਂਦਾ ਉਸ ਝੂਠ ਤੋਂ। ਔਰ ਉਹੀ ਹੋਇਆ ਪਹਿਲਾਂ ਕਾਂਗਰਸ ਵਾਲੀ ਰਿਪੋਰਟ ਔਰ ਕੁੰਵਰ ਵਿਜੇ ਪ੍ਰਤਾਪ ਵਾਲੀ ਰਿਪੋਰਟ। ਕੁੰਵਰ ਵਿਜੇ ਪ੍ਰਤਾਪ ਨੂੰ ਤਾਂ ਮੇਰੇ ਖਿਆਲ 'ਚ ਜਿੰਨੀਆਂ ਉਹ ਗੱਲਾਂ, ਦੇਖੋ ਪਹਿਲੀ ਗੱਲ ਉਹਨੂੰ ਮੈਂ ਮਾਫ ਕਰਦਾ ਕਿ ਉਹ ਸਿੱਖੇ ਨਹੀਂ, ਉਹਨੂੰ ਪਤਾ ਹੀ ਨਹੀਂ ਹੈ ਗੱਜੇ ਜਿਹੜੀ ਗੱਲ ਹੈ, ਜਿਸ ਪੇਨ ਵਿੱਚੋਂ, ਜਿਸ ਦਰਦ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਸਾਰਾ ਪਰਿਵਾਰ, ਸਰਦਾਰ ਭੁੰਦੜ ਸਾਹਿਬ, ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਸਮੁੱਚੀ ਲੀਡਰਸ਼ਿਪ ਔਰ ਕੱਲਾ ਕੱਲਾ ਅਕਾਲੀ ਵਰਕਰ, ਕੱਲਾ ਕੱਲਾ ਅਕਾਲੀ ਸਪੋਰਟਰ, ਕੱਲਾ ਕੱਲਾ ਪੰਥਕ ਜਜ਼ਬਾ ਰੱਖਣ ਵਾਲਾ ਬੰਦਾ ਜਿਸ ਦਰਦ ਵਿੱਚੋਂ ਗੁਜ਼ਰਿਆ, ਉਸ ਦਰਦ ਨੂੰ ਬਿਲਕੁਲ ਨਹੀਂ ਨਿਵਾਰਿਆ ਜਾ ਸਕਦਾ। ਲੇਕਿਨ ਉਸ ਠੰਡ ਪੈ ਸਕਦੀ ਹੈ ਜੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਹ ਸਾਰੇ ਸਮੂਹਕ ਪਾਪ ਲਈ ਸਮੂਹਕ ਮਾਫੀ ਮੰਗਣ। ਹੁਣ ਮੈਂ ਬੇਨਤੀ ਕਰਦਾ ਟਾਂਡਾ ਸਾਹਿਬ ਨੂੰ, ਥੋੜੇ ਦੇਰ ਹੋ ਗਈ ਰਸਤੇ ਵਿੱਚ ਇਹਨਾਂ ਨੂੰ, ਲੇਕਿਨ ਇਹ ਆਪਣਾ ਵਿਊ ਜਿਹੜਾ ਹੈ ਉਹ ਇੱਧਰ ਆ ਜਾਓ ਹਰੀਸ਼, ਇੱਥੇ ਜੀ ਸਪੀਕਰਾਂ ਦੇ ਤਾਂ ਆਓਗੇ ਜੀ, ਇੱਧਰ ਆ ਜਾਂਦੇ, ਇੱਧਰ ਉਰੇ ਆ ਜਾਓ। In continuation, मैं तो ये कहना चाहना है कि even CBI could not find ਜਿਹੜੀਆਂ ਇਲਜ਼ਾਮ ਲਾਏ ਗਏ, perpetual
2015 ਤੋਂ ਲੈ ਕੇ ਅੱਜ ਤੱਕ ਐਕਟਸ ਆਫ ਪਰਜਰੀ ਹੁੰਦੀ ਰਹੀ, ਚਾਹੇ ਉਹ ਕਾਂਗਰਸ ਪਾਰਟੀ ਹੈ ਤੇ ਲੀਡਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੈ, ਜਿਹੜੇ ਕੰਸਿਸਟੈਂਟਲੀ, ਤੁਸੀਂ ਤਾਂ ਇੱਕ ਥਰਡ ਪਾਰਟੀ ਰਹੇ ਹੋ ਸਾਰੇ, ਕਿਉਂਕਿ ਵੇਰੀਅਸ ਪ੍ਰੈਸ ਕਾਨਫਰੰਸਿਸ ਚ ਡਿਬੇਟਸ ਦੇ ਵਿੱਚ ਤੁਸੀਂ ਵਿਟਨੈਸ ਕਰਦੇ ਰਹੇ ਹੋ, ਜਿਹਦੇ ਤੇ ਫਿੰਗਰ ਆਊਟ ਕਰਕੇ ਕਿਹਾ ਗਿਆ ਕਿ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੇ ਕਰਾਈ ਹੈ, ਸਾਡੇ ਲੀਡਰਸ਼ਿਪ ਤੇ ਇਲਜ਼ਾਮ ਲਾ ਕੇ ਕਿ ਬੇਅਦਬੀ ਕਰਾਈ ਇਹਨਾਂ ਨੇ ਹੈ। ਤੇ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਇਨ ਕੰਟੀਨਿਊਸ਼ਨ ਆਫ ਖਟਰਾ ਸਾਹਿਬ ਦੀ ਰਿਪੋਰਟ, ਇਹਦੇ ਚ ਜਿਹੜੀ ਰਾਮ ਰਹੀਮ ਦਾ ਜ਼ਿਕਰ ਵੀ ਹੈ, ਉਹ ਨੇਮ FIR ਚ ਮੈਂਸ਼ਨਡ ਹੈ, ਦੈਟਸ ਨਾਟ ਨਿਊ ਥਿੰਗ। FIR ਚ ਮੈਂਸ਼ਨਡ ਹੈ, ਸਿਰਫ ਨਵੀਂ ਚੀਜ਼ ਇਹ ਹੈ ਕਿ ਜੀ ਅਸੀਂ ਉਹਨਾਂ ਨੂੰ ਅਰੈਸਟ ਨਹੀਂ ਕੀਤਾ, ਇਨਵੈਸਟੀਗੇਸ਼ਨ ਜੁਆਇਨ ਕਰਾਈਏ। ਐਂਡ ਇਹਦੇ ਚ ਨਾਟ ਅ ਸਿੰਗਲ ਵਰਡ, ਚਲੋ ਐਵੀਡੈਂਸ ਤਾਂ ਛੱਡੋ, ਈਵਨ ਰਿਫਲੈਕਸ਼ਨ ਔਰ ਈਵਨ ਅ ਸ਼ੈਡੋ ਜਿਹਦੇ ਤੇ ਆਵੇ ਕਿ ਕਿਸੇ ਪੋਲੀਟੀਕਲ ਪਾਰਟੀ ਮਚ ਲੈਸ ਅਕਾਲੀ ਦਲ ਦੇ ਕਿਸੇ ਦੇ ਬੰਦੇ ਦੀ ਵੀ ਇਨਵੋਲਵਮੈਂਟ ਹੈ। ਰਾਦਰ ਆਈ ਹੈਵ ਅ ਕਲੀਅਰ ਇਨਕਲੀਨੇਸ਼ਨ, ਇਹ ਬੇਅਦਬੀ ਦੇ ਵਿੱਚ ਇਹ ਦੋ ਪਾਰਟੀਆਂ ਜਿਨ੍ਹਾਂ ਨੇ ਇਹਨੂੰ ਇਸ਼ੂ ਬਣਾਇਆ ਹੈ, ਇਹ ਪ੍ਰੋਬ ਕਰਨ ਦੀ ਲੋੜ ਹੈ, ਇਹ ਇਨਵੋਲਡ ਹੈ, ਪਾਰਟਿਕੂਲਰਲੀ ਇਨਵੋਲਡ ਹੈ ਦੋਨੇ, ਕਿਤੇ ਨਾ ਕਿਤੇ ਕਿਸ ਰੰਗ 'ਚ ਹੈ, ਕਿਸ ਹਾਲਤ 'ਚ ਹੈ। ਇਹੀ ਵਜ੍ਹਾ ਹੈ ਕਿ ਨਹੀਂ ਚਾਹੁੰਦੇ ਸੀ ਕਿ ਪੰਜਾਬ ਸਰਕਾਰ ਉਸ ਸਮੇਂ ਦੀ ਇਹਦੀ ਇਨਵੈਸਟੀਗੇਸ਼ਨ ਕਰੇ। ਇਸੇ ਪਿੱਛੇ ਰਾਹੁਲ ਗਾਂਧੀ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਗਏ, ਆਮ ਆਦਮੀ ਪਾਰਟੀ ਦੇ ਲੀਡਰ ਗਵਰਨਰ ਸਾਹਿਬ ਕੋਲ ਗਏ, CBI ਦੀ ਇਨਕੁਆਇਰੀ ਦੀ ਮੰਗ ਕੀਤੀ ਕਿ ਪੰਜਾਬ ਸਰਕਾਰ ਤੋਂ ਇਹ ਪਰੇ ਰਵੇ ਤੇ ਇਹ ਐਂਗਲ ਇਨਵੈਸਟੀਗੇਟ ਨਾ ਹੋਵੇ। ਐਂਡ ਮੈਂ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ, ਅਸੀਂ ਇਕੱਠੇ ਹੋ ਕੇ ਜ਼ਰੂਰ ਸੋਚਾਂਗੇ ਕਿ ਇਹਦੇ ਤੇ ਕਿਸ ਕਿਸਮ ਦਾ ਹੁਣ ਲੀਗਲ ਐਕਸ਼ਨ ਇਸ ਪਰਜਰੀ ਲਈ ਲੈਣਾ ਹੈ। ਇਹ ਦੁੱਖ ਦੀ ਗੱਲ ਹੈ ਕਿ ਇਸ ਕੰਟਰੀ ਦੇ ਵਿੱਚ ਪਰਜਰੀ ਨੂੰ ਬੜੀ ਲਾਈਟਲੀ ਲਿਆ ਜਾਂਦਾ ਹੈ। ਸਹਿਬੇ ਲੋਕੀ ਇਲਜ਼ਾਮ ਲਾ ਦਿੰਦੇ ਆ, ਸਹਿਬੇ ਬਚ ਜਾਂਦੇ ਆ, ਜਿਵੇਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਲਾਇਆ, ਫਿਰ ਬੜੀ ਈਜ਼ੀਲੀ ਮਾਫੀ ਮੰਗ ਕੇ ਭੱਜਣਾ ਪਿਆ। ਅੱਜ ਤੱਕ 500 ਸੈਕਸ਼ਨ ਦੇ ਵਿੱਚ ਕਦੇ ਕਿਸੇ ਦੀ ਕਨਵਿਕਸ਼ਨ ਇਸ ਮੁਲਕ 'ਚ ਹੋਈ ਨਹੀਂ, ਲੌਜੀਕਲ ਐਂਡ ਤੱਕ ਨਹੀਂ ਜਾਂਦਾ, ਉਦੋਂ ਪਹਿਲਾਂ ਮਾਫੀਆਂ ਮੰਗ ਕੇ ਸਰ ਜਾਂਦਾ ਹੈ। ਇਹ ਸੋਚਣਾ ਪੈਣਾ ਹੈ ਕਿ ਪਰਜਰੀ ਨੂੰ ਸੀਰੀਅਸਲੀ ਇਸ ਕੰਟਰੀ 'ਚ ਲੈਣਾ ਪਊ, ਨਹੀਂ ਤਾਂ ਇਸ ਕਿਸਮ ਦੇ ਲੋਕ ਸੌਫਟ ਗੱਲਾਂ ਕਰਕੇ ਦੇ ਵਿਲ ਪਲੇ ਵਿਦ ਦੀ ਸੈਂਟੀਮੈਂਟਸ ਆਫ ਪੀਪਲ। ਜੋ ਪੰਜਾਬ ਦਾ ਮਾਹੌਲ ਜਿੱਥੇ ਅੱਜ ਪਹੁੰਚਾਇਆ ਇਹਨਾਂ ਨੇ ਪਿਛਲੇ 15 ਤੋਂ ਲੈ ਕੇ ਅੱਜ ਤੱਕ, ਉਹਦੇ ਰੈਪਰੀਕਸ਼ਨਸ ਨਜ਼ਰ ਆਉਣ ਲੱਗ ਗਏ ਹੈ। ਐਂਡ ਲਾਅ ਐਂਡ ਆਰਡਰ ਐਂਡ ਪੰਜਾਬ ਦੀ ਪੀਸ ਨੂੰ ਇਹਨਾਂ ਨੇ ਜਿਹੜੀ ਢਾਲ ਲਾਈ ਹੈ, ਦੋਨਾਂ ਨੇ ਰਲ ਕੇ ਇਸ ਇਸ਼ੂ ਨੂੰ ਇੱਕ ਬੇਨ ਇਲੈਕਸ਼ਨ ਫੋਲਡ ਬਣਾ ਕੇ, ਇਹਦੇ ਲਈ ਵੀ ਅਸੀਂ ਸੀਰੀਅਸਲੀ ਸੋਚ ਕੇ ਲੀਗਲ ਐਕਸ਼ਨ ਲਵਾਂਗੇ। ਦੇਖੋ 5-6 ਲੀਡਰਾਂ ਦੇ ਸਿੱਧੇ ਬਿਆਨ ਹੈ। ਚੀਫ ਮਿਨਿਸਟਰ ਉਸ ਵੇਲੇ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਤੁਸੀਂ ਆ ਬਕਾਇਦਾ ਸਟੇਟਮੈਂਟ ਹੀ ਨਹੀਂ, ਮੌਜੂਦਾ ਪੰਜਾਬ ਦੇ ਚੀਫ ਮਿਨਿਸਟਰ ਐਜ਼ ਪ੍ਰੈਜ਼ੀਡੈਂਟ ਆਫ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ, ਜਿਨ੍ਹਾਂ ਲੋਕਾਂ ਨੇ ਇਹ ਸਿੱਧਾ ਇਲਜ਼ਾਮ, ਚਰਨਜੀਤ ਚੰਨੀ ਉਹ ਚੀਫ ਮਿਨਿਸਟਰ ਜੀ ਆ ਗਿਆ, ਇਹ ਜਿਹੜੇ ਲੋਕਾਂ ਨੇ, ਸੁਖਜਿੰਦਰ ਸਿੰਘ ਰੰਧਾਵਾ ਜਿਹੜਾ, ਦੇਖੋ ਮੈਂ ਇੱਕ ਗੱਲ ਇੱਥੇ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ, ਮੈਂ ਕੱਲ ਹੀ ਅਖਬਾਰ 'ਚ ਪੜ੍ਹ ਰਿਹਾ ਸੀ, ਸੁਖਜਿੰਦਰ ਸਿੰਘ ਰੰਧਾਵਾ ਹੋਮ ਮਿਨਿਸਟਰ ਰਿਹਾ, ਉਹਨੇ ਇਹਨੂੰ IG ਨੂੰ ਬੁਲਾਇਆ ਵੀ ਉੱਥੇ ਗਵਰਨਰ ਦੇ ਭਵਨ 'ਚ, ਤੇ ਉਹ ਬਿਆਨ ਕੀ ਦੇ ਰਿਹਾ ਪ੍ਰੈਸ ਨੂੰ ਕਿ ਇਹਨਾਂ ਨੇ ਪੋਲੀਟੀਕਲ ਐਂਗਲ ਨਹੀਂ ਦੇਖਿਆ, ਕਿ ਉਹ ਪੋਲੀਟੀਕਲ ਐਂਗਲ ਤਾਂ ਦੇਖਣ ਜੇ ਉਹਨਾਂ ਕੋਲ ਕੋਈ ਐਵੀਡੈਂਸ ਹੈ, ਤੁਸੀਂ ਸਰਦਾਰ ਸਾਹਿਬ ਆ ਕੇ ਬਿਆਨ ਦਿਓ। ਪੋਲੀਟੀਕਲ ਐਂਗਲ ਤਾਂ ਸਭ ਤੋਂ ਵੱਡਾ ਇਹ ਬਣ ਗਿਆ ਕਿ ਜਦ ਤੁਸੀਂ ਬੁਲਾ ਕੇ IG ਨੂੰ ਗਵਰਨਰ ਦੇ ਅਨੈਕਸੀ ਵਿੱਚ ਕਹਿੰਦੇ ਹੋ ਕਿ ਇਹਦੇ 'ਚ ਬਾਦਲਾਂ ਨੂੰ ਫਸਾ, ਤੁਸੀਂ ਪੋਲੀਟੀਕਲ ਬਣਾਉਣਾ ਚਾਹੁੰਦੇ ਹੋ। ਤਬਦੀਸ਼ ਤਾਂ ਉਹਦੀ ਹੋਣੀ ਚਾਹੀਦੀ ਹੈ ਕਿ ਜਦ ਇੱਕ ਇਨਵੈਸਟੀਗੇਟਿੰਗ ਏਜੰਸੀ ਦੇ ਇਨਵੈਸਟੀਗੇਸ਼ਨ ਵਿੱਚ ਕੋਈ ਬੰਦਾ ਦਖਲ ਨਹੀਂ ਦੇ ਸਕਦਾ, ਹਾਈ ਕੋਰਟ ਨੇ ਉਸੇ ਕਰਕੇ ਕੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਰੱਦ ਕੀਤੀ ਕਿ ਦੈਟ ਵਾਜ਼ ਮੋਰ ਪੋਲੀਟੀਕਲ ਦੈਨ ਪ੍ਰੋਫੈਸ਼ਨਲ, ਤੇ ਤੁਸੀਂ ਉਸ ਸਿੱਟ ਦੇ ਮੈਂਬਰ ਨੂੰ ਤੇ ਫਾਰਮਰ ਜਿਹੜਾ ਚੇਅਰਮੈਨ ਸੀਗਾ ਖੱਟੜਾ ਸਾਹਿਬ, ਉਹਨਾਂ ਨਾਲ ਬੁਲਾ ਕੇ ਮੀਟਿੰਗਾਂ ਕੀ ਕਰਦੇ ਹੋ। ਸੋ ਦੇ ਆਲ ਵਿਲ ਬੀ ਟੇਕਨ ਟੂ ਟਾਸਕ ਜਿਹੜੇ ਹੈਗੇ ਆ, ਜਿਵੇਂ ਹਰੀਸ਼ ਉਹਨਾਂ ਨੇ ਕਿਹਾ। ਦੇਖੋ ਕਿਤੇ ਨਾ ਕਿਤੇ ਗੱਲ ਰੋਕਣੀ ਪਊ। ਅੱਜ ਸੁਪਰੀਮ ਕੋਰਟ ਵੀ ਕਹਿਣ ਲੱਗ ਪਿਆ ਨਾ ਕਿ ਸੋਸ਼ਲ ਮੀਡੀਆ ਲਈ ਕੋਈ ਗਾਈਡਲਾਈਨਸ ਬਣਾਉਣੀਆਂ ਪੈਣਗੀਆਂ। ਇਹ ਲੋਕ ਮਾੜੀ ਜੀ ਲਾ ਕੇ ਤੀਲੀ ਅੱਗ ਲਾ ਕੇ ਤੇ ਮੁੜ ਕੇ ਦੂਰੋਂ ਬੈਠਦੇ ਸੇਕਦੇ ਨੇ, ਦੁਨੀਆ ਉੱਜੜ ਰਹੀ ਹੁੰਦੀ ਹੈ, ਇਹ ਨਹੀਂ ਨਾ ਹੋਣਾ ਚਾਹੀਦਾ। ਈਵਨ ਇਹਨਾਂ ਦਾ ਆਪਣਾ ਸਬੂਤ ਹੈ ਕਿ ਅਮਰਿੰਦਰ ਸੋਨੇ, ਜਦੋਂ ਸਿੱਧੂ ਨੇ, ਨਵਜੋਤ ਤੇ ਰੰਧਾਵੇ ਨੇ ਕਿਹਾ
ਕਿ ਹਾਈ ਕੋਰਟ 'ਚ ਫੇਲ ਹੋਈ ਹੈ, ਤੁਹਾਡੇ ਵਕੀਲ ਨਹੀਂ ਪੇਸ਼ ਹੋਏ, ਤਾਂ ਵਰਿੰਦਰ ਨੇ ਕਿਹਾ ਕਿ ਤੁਸੀਂ ਇਹ ਸਾਰੀ ਇਨਕੁਆਇਰੀ ਤੁਸੀਂ ਕਰਵਾਈ ਸੀ, ਆਪਣੀ ਮਰਜ਼ੀ ਨਾਲ ਅਫਸਰ ਲਵਾਏ ਸੀ, ਮੇਰਾ ਕੀ ਦੋਸ਼ ਦੋ ਤੁਹਾਡਾ ਹੈ। ਇਹ ਤਾਂ ਆਪਸ ਵਿੱਚ ਸਾਰੇ ਦੰਗੇ ਹੋ ਗਏ ਸੀ ਜਦੋਂ ਤੁਹਾਡੀ ਸਟੇਟਮੈਂਟ ਆਈ ਹੈ। ਗਰੇਵਾਲ ਸਾਹਿਬ ਤੁਸੀਂ ਦੋ ਗੱਲਾਂ ਕਹੀਆਂ ਜੀ, ਇੱਕ ਤਾਂ ਕਿਹਾ ਕਿ ਜਿਹੜੇ ਲੋਕ ਇਲਜ਼ਾਮ ਲਗਾਉਂਦੇ ਰਹੇ ਜਾਂ ਕੂੜ ਪ੍ਰਚਾਰ ਕਰਦੇ ਉਹਨਾਂ ਨੂੰ ਅੱਜ ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਮਾਫੀ ਮੰਗਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਤੋਂ ਤੁਸੀਂ ਕਿਸੇ ਪੋਲੀਟੀਕਲ ਬੰਦੇ ਦਾ ਨਾਮ ਨਹੀਂ ਲਿਆ, ਤੁਸੀਂ ਗੁਰੂ ਮਹਾਰਾਜ ਸਾਹਿਬ ਤੋਂ ਮਾਫੀ ਮੰਗਣੀ ਹੈ। ਦੂਸਰੇ ਪਾਸੇ ਇੱਕ ਗੱਲ ਇਹ ਵੀ ਤੁਸੀਂ ਕਹੀ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇਹ ਕੁਝ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈਗੀ ਉਹ ਚੁਰਾਈ ਗਈ, ਤਾਂ ਇਸ ਤੋਂ ਬਾਅਦ ਬੇਅਦਬੀ ਹੋਈ ਆ। ਅਸੀਂ ਇਸ ਨੂੰ ਲੈ ਕੇ ਸਾਨੂੰ ਖੇਦ ਹੈਗਾ, ਇਸ ਗੱਲ ਨੂੰ ਲੈ ਕੇ ਦੁੱਖ ਹੈਗਾ। ਅਕਾਲੀ ਦਲ ਇਸ ਨੂੰ ਲੈ ਕੇ ਪਛਤਾਵਾ ਕਰੇਗਾ ਕਿ ਅਕਾਲੀ ਦਲ ਸਵਾਲ ਲੈ ਲਓ ਜੀ। ਇੱਕ ਨਾਲ ਦੋ ਸਵਾਲ ਹੈ। ਜਿਵੇਂ ਕਿ ਕਿਹਾ ਕਿ ਸਿੱਟ ਵੱਲੋਂ ਐਵੀਡੈਂਸ ਮੰਗੇ ਗਏ ਸੀ, ਉਹ ਕਿਹੜੀ ਸਿੱਟ ਵੱਲੋਂ ਐਵੀਡੈਂਸ ਮੰਗੇ ਗਏ ਸੀ? ਇਹ ਤੁਸੀਂ ਜਿਹੜੀ ਹੈ ਨਾ ਇਹਦਾ ਓਪਨਿੰਗ ਪਹਿਰਾ ਜਿਹੜਾ ਇਨਕੁਆਇਰੀ ਦਾ ਸਿੱਟ ਜੀ ਨੇ ਰਿਪੋਰਟ ਪਬਲਿਸ਼ ਕੀਤੀ, ਪਰਮਾਰ ਸਾਹਿਬ ਵਾਲੇ ਆਈਜੀ ਲੁਧਿਆਣਾ ਰਹਿੰਦਾ, ਉਹਨਾਂ ਨੇ ਆਪਣੀ ਸਿੱਟ ਬਣਨ ਤੋਂ ਬਾਅਦ ਅਪ੍ਰੈਲ 2021 ਚ ਫਸਟ ਮੀਟਿੰਗ 'ਚ ਉਹਨਾਂ ਨੇ ਕਿਹਾ ਕਿ ਇਹ ਪਬਲਿਸਾਈਜ਼ ਪ੍ਰੋਪਰਲੀ ਕੀਤਾ ਜਾਵੇ ਕਿ ਜਿਹੜੇ ਬੰਦਿਆਂ ਨੂੰ ਵੀ ਇਹ 3 ਬੇਦਬੀ ਦੇ ਕੇਸਾਂ ਬਾਰੇ ਕੋਈ ਵੀ ਐਵੀਡੈਂਸ ਮੌਜੂਦ ਹੈ ਉਹ ਆਵੇ ਆਪਣਾ ਐਵੀਡੈਂਸ ਰਿਕਾਰਡ ਕਰਾਵੇ। ਤੇ ਉਹਨਾਂ ਨੇ ਇਹ ਵੀ ਆਪਣੀ ਰਿਪੋਰਟ 'ਚ ਲਿਖਿਆ ਕਿ ਉਹ ਐਵੀਡੈਂਸ ਉਸ ਰਿਸਪੌਂਸ 'ਚ ਆਇਆ ਵੀ 161 ਦੇ ਵੀ ਤੇ 164 ਦੇ ਵੀ ਕੁਝ ਬਿਆਨ ਰਿਕਾਰਡ ਕੀਤੇ ਗਏ, ਰਿਪੋਰਟ ਵਿੱਚ ਮੈਂਸ਼ਨਡ ਹੈ, ਪਰ ਉਹਨਾਂ 'ਚ ਕਿਸੇ ਪੋਲੀਟੀਕਲ ਪਾਰਟੀ ਦਾ ਤੇ ਬੰਦੇ ਦਾ ਜ਼ਿਕਰ ਨਹੀਂ ਸੀਗਾ। ਇਹ ਗੱਲ। ਦੂਸਰੀ ਗੱਲ ਜਿਹੜੀ ਕਹੀ ਆ ਤੁਸੀਂ, ਅਕਾਲੀ ਦਲ ਪਛਤਾਪ ਹਮੇਸ਼ਾ ਕਰਦਾ, ਇਸ ਗੱਲ ਦਾ ਅਕਾਲੀ ਦਲ ਦੇ ਮਨ ਤੇ ਹਮੇਸ਼ਾ ਭਾਰ ਰਿਹਾ ਹੈ ਕਿ ਕਰ ਵੀ ਚੁੱਕਾ। ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀ ਜਿਹੜੀ ਹੋਈ ਹੈ, ਇਹ ਸਾਨੂੰ ਇਸ ਗੱਲ ਦਾ ਹਮੇਸ਼ਾ ਮਨ ਤੇ ਬੋਝ ਰਿਹਾ, ਤੇ ਅੱਜ ਸਾਡੇ ਮਨ ਤੇ ਇਹ ਬੋਝ ਰਿਹਾ ਕਿ ਦੂਸਰਾ ਜਿਹੜੇ ਲੋਕਾਂ ਨੇ, ਸ਼ਰਾਰਤ ਅਨਸਰਾਂ ਨੇ, ਜਿਨ੍ਹਾਂ ਨੇ ਸਾਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਦੋਸ਼ੀ ਕਟਹਿਰੇ 'ਚ ਖੜਾ ਕਰਨ ਦਾ ਮੌਕਾ ਨਹੀਂ ਦਿੱਤਾ, CBI ਕੋਲ ਭਜਵਾਤੀ, ਸਾਨੂੰ ਵਿਹਲਾ ਕਰਤਾ, ਉਹਦਾ ਵੀ ਮਨ 'ਚ ਕਿਤੇ ਨਾ ਕਿਤੇ ਗਿਲਾ ਰਹਿੰਦਾ ਹੈਗਾ ਕਿ ਇਹ ਸਾਰੀ ਸੇਵਾ ਗੁਰੂ ਸਾਹਿਬ ਅਸੀਂ ਚਾਹੁੰਦੇ ਸੀ ਕਿ ਸਾਤੋਂ ਲੈਣ, ਤਾਂ ਕਿ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਉਦੋਂ ਇਹ ਸਾਰਿਆਂ ਨੇ ਇੱਕ ਵਾਢਿਓ, ਮੈਂ ਨਹੀਂ, ਇਹਨਾਂ ਨੇ ਸਾਰਿਆਂ ਨੇ ਇੱਕ ਵਾਧਿਓ, ਇਹ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਸਾਨੂੰ ਇਤਬਾਰ ਨਹੀਂ ਹੈ। ਹੁਣ ਇਹਨਾਂ ਨੇ ਪੰਜਾਬ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਕਰਾਈ ਆ, ਹੁਣ ਆ ਰਿਪੋਰਟ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸਬਮਿਟ ਹੋਈ, ਉਸ ਤੋਂ ਬਾਅਦ DGP ਇੰਟੈਲੀਜੈਂਸ ਕੋਲ ਗਈ, ਅਪਰੂਵ ਹੋਈ, ਫਿਰ ਉਸ ਤੋਂ ਬਾਅਦ ਹੋਮ ਸੈਕਟਰੀ ਨੇ ਅਪਰੂਵਲ ਗ੍ਰਾਂਟ ਕਰਕੇ ਪ੍ਰੋਸੀਕਿਊਸ਼ਨ ਅਲਾਓ ਕੀਤੀ, ਗਵਰਨਮੈਂਟ ਨੇ ਫਾਈਨਲ ਅਪਰੂਵਲ ਕੀਤੀ, ਉਹ ਪੰਜਾਬ ਸਟੇਟ ਪੁਲਿਸ ਦੀ ਹੋਈ ਕੀਤੀ ਨਾ ਰਿਪੋਰਟ। ਤੇ ਜੇ ਸਾਡੇ ਵੇਲੇ ਪੰਜਾਬ ਪੁਲਿਸ ਦੀ ਰਿਪੋਰਟ ਹੋ ਕੇ ਤਫਤੀਸ਼ ਸਾਹਮਣੇ ਆ ਜਾਂਦੀ, ਅੱਜ ਨੂੰ ਦੋਸ਼ੀ ਕਟਹਿਰੇ 'ਚ ਹੁੰਦੇ, ਸਜ਼ਾ ਭੁਗਤਦੇ ਹੋ, ਅੱਗੇ ਨੂੰ ਘਟਨਾ ਨਾ ਹੁੰਦੀ, ਅੱਗੇ ਨੂੰ ਘਟਨਾ ਵੀ ਨਾ ਹੁੰਦੀ। ਇੱਕ ਨਹੀਂ ਜੀ, 3 ਕੇਸਾਂ ਦੀ ਇਹ ਜਿਹੜੇ 3 ਕੇਸ ਆ, 3 ਕੇਸ ਪਹਿਲਾ ਹੋਇਆ 1 ਜੂਨ 2015 ਨੂੰ, ਜਿਹਦੇ 'ਚ ਗੁਰੂ ਸਾਹਿਬ ਦਾ ਸਰੂਪ ਗਾਇਬ ਕੀਤਾ ਗਿਆ। ਦੂਸਰਾ ਕੇਸ ਹੈ, ਇਹਦੇ ਵਿੱਚ ਜਿਹੜੇ ਪੋਸਟਰ ਵਗੈਰਾ ਲਗਾਏ ਗਏ, ਜਿਨ੍ਹਾਂ ਦਾ ਹੈਂਡਰਾਈਟਿੰਗ ਐਕਸਪਰਟਸ ਤੋਂ ਕੰਪੇਅਰ ਕੀਤਾ। ਤੇ ਤੀਸਰਾ ਹੈਗਾ ਜਿਹੜਾ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ। ਦੀਜ਼ ਆਰ 3 ਡਿਫਰੈਂਟ FIR ਦੇ ਨੰਬਰ ਵੀ ਤੁਹਾਨੂੰ ਦੇ ਸਕਦੇ ਆ। ਇਹ 3 ਕੇਸਾਂ ਦੀ ਸਿੱਟ ਹੈ। ਬੇਦਬੀ ਵਾਲਾ ਕੋਈ ਨਹੀਂ ਜੀ, ਬੇਦਬੀ ਵਾਲੇ 3 ਹੀ ਕੇਸ ਆ, ਉਹ ਕੋਟਕਪੂਰਾ ਫਾਇਰਿੰਗ ਤੇ ਬਰਗਾੜੀ ਫਾਇਰਿੰਗ ਵਾਲੇ ਆ। ਇਹ ਜਿਹੜੇ ਹੈਗੇ ਆ, ਜਿਹੜੀਆਂ ਕਾਂਗਰਸ ਵਾਲੀ ਬੇਦਬੀ ਵਾਲੇ, ਜਿਹੜੇ ਪਟਿਆਲੇ ਗੁਰੂ ਸਾਹਿਬ ਦਾ ਸਰੂਪ ਚੁਰਾਇਆ ਗਿਆ, ਜਾਂ ਦਰਬਾਰ ਸਾਹਿਬ 'ਚ ਆ ਕੇ ਉਹਨੇ ਬੇਦਬੀ ਕੀਤੀ, ਜਾਂ ਅਨੰਦਪੁਰ ਸਾਹਿਬ ਬੇਦਬੀ ਕੀਤੀ, ਉਹ ਉਹਨਾਂ ਦੇ ਕਾਂਗਰਸ ਵੇਲੇ ਹੋਇਆ। ਉਹਨਾਂ ਨੇ ਨਾ ਸਿੱਟ ਬਣਾਈ, ਨਾ FIR ਦਰਜ ਕੀਤੀ, ਉਹਨਾਂ ਦੇ ਨਾ ਪੜਤਾਲ ਕੀਤੀ। ਇਹ ਜਿਹੜੇ ਆ ਬੇਦਬੀ ਵਾਲੇ 3 ਕੇਸ ਆ ਸਾਡੇ ਵੇਲੇ, ਤੇ 3 ਦੀ ਰਿਪੋਰਟ ਹੈ। ਇਸ ਤੋਂ ਬਿਨਾਂ ਬੇਦਬੀ ਵਾਲਾ ਹੋਰ ਕੋਈ ਕੇਸ ਨਹੀਂ ਹੈ। ਕਰੀਏ ਧੰਨਵਾਦ, ਥੈਂਕ ਯੂ ਵੈਰੀ ਮਚ ਜੀ। ਚਾਹ ਵਗੈਰਾ ਪਈ ਕਿ ਨਹੀਂ? ਇੱਕ ਹਟ ਕੇ ਸਵਾਲ ਹੈ ਜੀ, ਨਵੇਂ DGP ਬਣੇ ਨੇ ਪੰਜਾਬ ਦੇ ਗੌਰਵ ਯਾਦਵ, ਹਾਂਜੀ, ਉਹਨਾਂ ਦੇ ਬਾਰੇ ਕੀ ਕਹੋਗੇ? 1 ਸਾਲ ਦੇ ਵਿੱਚ 5ਵਾਂ-6ਵਾਂ DGP ਦੇਖੋ ਗੱਲ ਪਤਾ ਕੀ ਹੈ, ਇਹ ਪ੍ਰੈਰੋਗੇਟਿਵ ਤਾਂ ਸਰਕਾਰ ਦਾ ਹੁੰਦਾ ਕਿ ਜਿਹਨੂੰ ਮਰਜ਼ੀ ਲਾਉਣ, ਪਰ ਕਿਤੇ ਨਾ ਕਿਤੇ ਗੱਲ ਸਵਾਲ ਜ਼ਰੂਰ ਉੱਠਦੀ ਹੈ ਕਿ ਇਹ ਸਿਸਟਮ ਬਣੀ ਕੀ ਜਾਂਦਾ ਪਿਆ, ਕਿਵੇਂ DGP ਬਦਲੀ ਜਾਂਦੇ ਆ ਜਿਵੇਂ ਰਾਤ ਨੂੰ। ਟਾਈਮ ਬਾਉਂਡ 2 ਸਾਲ ਹੈ। 2 ਸਾਲ ਹੁਣ ਤਾਂ ਮਿਨੀਮਮ ਕਰਤਾ ਨਹੀਂ ਗਵਰਨਮੈਂਟ ਲਈ ਕਿ 2 ਸਾਲ ਲਾਉਣਾ ਹੀ ਪਊਗਾ। Time bound hai. He has been asked, who has conveniently
gone on leave. They're spineless officers. ਦੇਖੋ ਤੁਹਾਡੇ ਸਾਹਮਣੇ ਹੀ ਹੈ, ਜਿਹਨੂੰ ਇਹਨਾਂ ਨੇ ਯੂਜ਼ਲੈਸ ਕਰਕੇ ਕੱਢਿਆ ਸੀ ਚੰਨੀ ਸਾਹਿਬ ਨੇ, ਕਾਂਗਰਸ ਦੀ ਸਰਕਾਰ ਨੇ, ਕਾਂਗਰਸ ਦਾ ਹੀ ਲਾਇਆ ਹੋਇਆ ਦਿਨਕਰ ਗੁਪਤਾ, ਤਾਂ NIA ਦਾ ਬਣ ਗਿਆ DGP। ਹੀ ਹੈਜ਼ ਗੋਟ ਐਲੀਵੇਸ਼ਨ। ਹੁਣ ਇਹ ਦੱਸਣ ਕਿ ਜਿਹਨੂੰ ਨਕੰਮਾ ਕਰਕੇ ਤੁਸੀਂ ਕੱਢਿਆ ਸੀ ਉਹ ਤਾਂ NIA ਦਾ DG ਬਣ ਗਿਆ। ਇਹ ਹੁਣ ਤੁਸੀਂ ਕੱਢਦਾ, ਹੁਣ ਰੱਬ ਜਾਣੇ ਸੈਂਟਰ 'ਚ ਜਾ ਕੇ ਕੀ ਲੱਗਦਾ ਇਹ ਜਾਣਦਾ। ਦੇਖੋ ਗੱਲ ਕੀ ਹੈ, ਸਿਸਟਮ ਦੇ ਵਿੱਚ ਸਿਸਟਮ ਨੂੰ ਚੱਲਣ ਦੇਣਾ ਚਾਹੀਦਾ ਹੈ। ਜਦ ਤੁਸੀਂ ਇਹ ਦੇਖਦੇ ਹੋ ਕਿ ਸਿਸਟਮ ਚੱਲੇ ਨਾ ਚੱਲੇ, ਤੁਹਾਡੀ ਚੱਲੇ, ਉਦੋਂ ਫਿਰ ਸਿਸਟਮ ਫਲॉप ਕਰ ਜਾਂਦਾ। ਡਾਇਰੈਕਟਰ ਵਿਜੀਲੈਂਸ ਕਿਉਂ ਹਟਾਇਆ? ਉਹਦੇ 'ਚ ਇਹਨਾਂ ਨੂੰ ਨੁਕਸ ਲੱਗਿਆ? ਉਹ ਇਮਾਨਦਾਰ ਅਫਸਰ 'ਚ ਉਹਦੀ ਟਰਮ ਪਈ ਸੀ, ਕਿਉਂ ਹਟਾਇਆ? There is some vested interest. They want certain things to be done their own way. That's why they're changing office. That's right. ਕੈਬਨਿਟ ਦਾ ਵਿਸਤਾਰ ਹੋ ਰਿਹਾ ਤੇ 5 ਨਵੇਂ ਮੰਤਰੀ ਬਣ ਦੇਖੋ ਗੱਲ ਸੁਣੋ, ਇਹ ਤਾਂ ਚੀਫ ਮਿਨਿਸਟਰ ਸਾਹਿਬ ਨੇ ਬਣਾਉਣਾ, ਅਸੀਂ ਤਾਂ ਉਹਨਾਂ ਨੂੰ ਇੰਨਾ ਹੀ ਕਹਾਂਗੇ ਜੀ ਇਹਨਾਂ ਪੰਜਾਂ ਚੋਂ ਨਾ ਉਹ ਵਿਜੇ ਸਿੰਗਲਾ ਵਾਂਗੂ ਤੀਜੇ ਚੌਥੇ ਦਿਨ ਹੀ ਕੋਈ ਫੜ ਲੈਣਾ, ਤਸੱਲੀ ਪਹਿਲਾਂ ਹੀ ਕਰ ਲੈਣਾ ਕਿ ਠੀਕ ਨੇ, ਕਿਉਂਕਿ ਉਹ ਕਹਿੰਦੇ ਮੈਨੂੰ ਬਾਅਦ ਚ ਪਤਾ ਲੱਗਿਆ, ਕਿਉਂਕਿ ਫੜ ਕੇ ਦੇਖੋ। ਇੱਕ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਡਬਲ ਸਟੈਂਡਰਡਸ ਦਾ ਇੱਥੇ ਪਤਾ ਲੱਗ ਜਾਂਦੇ ਆ ਨਾ ਜੀ। ਇੱਕ ਬੰਦੇ ਨੂੰ ਤੁਸੀਂ ਦੋਸ਼ੀ ਕਰਾਰ ਕਰਕੇ, ਪਰਚਾ ਰਜਿਸਟਰ ਕਰਕੇ, ਵਜ਼ੀਰ ਦੀ ਤੋਂ ਕੱਢ ਕੇ ਕਰਪਸ਼ਨ ਦੇ ਕੇਸ 'ਚ ਅੰਦਰ ਦਿਨੋਂ ਬੰਦਾ ਅੰਦਰ ਹੈ, ਪਾਰਟੀ 'ਚ ਕਿਉਂ ਨਹੀਂ ਕੱਢਦੇ? ਤੁਹਾਨੂੰ ਆਪਣੇ ਆਪ 'ਚ ਕੋਈ ਸ਼ੱਕ ਆ ਕਿ ਜੋ ਕੁਛ ਹੀ ਤੁਸੀਂ ਐਕਸ਼ਨ ਲਿਆ ਉਹ ਸਹੀ ਨਹੀਂ ਗਾ? ਵਾਈ ਯੂ ਨਾਟ ਥਰੋ ਹਿਮ ਆਊਟ ਆਫ ਦੀ ਪਾਰਟੀ? ਫਿਰ ਦੂਸਰਾ ਡਬਲ ਸਟੈਂਡਰਡ ਇੱਥੇ ਦੇਖ ਲਓ ਕਿ ਸਤਿੰਦਰ ਜੈਨ ਦਿੱਲੀ ਵਾਲਾ ਫੜਿਆ, ਉਹਨੂੰ ਸਰਟੀਫਿਕੇਟ ਦੇਦਾ ਕਿ ਓਨੈਸਟ ਹੈ। ਸੇ ਰੋਲ ਆਫ ਜੁਡੀਸ਼ਰੀ, ਰੋਲ ਆਫ ਪ੍ਰੋਸੀਕਿਊਸ਼ਨ ਤੇ ਡਿਸੀਜਨ ਸਾਰੇ ਆਪ ਕਰੀ ਜਾਂਦੇ ਨੇ। ਇਹ ਸਿਸਟਮ ਸਪਾਇਲ ਹੋ ਰਿਹਾ, ਅਲਟੀਮੇਟਲੀ ਇਹਦੇ ਨਾਲ ਕਿਓਸ ਕ੍ਰੀਏਟ ਹੁੰਦਾ ਹੈ। ਇੱਕ ਆਖਰੀ ਗੱਲ ਜਿਹੜੀ ਬਦੀਸ਼ ਜੀ ਤੁਸੀਂ ਪੁੱਛੀ ਹੈ ਉਹ ਇਹ ਹੈ ਕਿ ਜਿਹੜੀ ਸਰਵੇਸ਼ਨ ਸਿੰਘ ਗਰੇਵਾਲ ਸਾਹਿਬ ਨੇ ਤੁਹਾਨੂੰ ਦੱਸ ਦਿੱਤੀ ਹੈ ਵੈਸੇ, ਪਰ ਮੈਂ ਥੋੜ੍ਹਾ ਜਿਹਾ ਉਹਨੂੰ ਹੋਰ ਕਹਿ ਦਾਂ ਕਿ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਦੌਰਾਨ, ਤੁਹਾਨੂੰ ਯਾਦ ਹੋਏਗਾ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਸ਼ਮੂਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿਰਫ ਇਸ ਕਰਕੇ ਡਾਕਾ ਸਾਡੇ ਘਰ ਵੱਜਿਆ ਸੀ, ਲਹੂ ਲੁਹਾਨ ਸਾਡਾ ਦਿਲ ਹੋਇਆ ਸੀ, ਆਤਮਾ ਸਾਡੀ ਵਲੂਦਰੀ ਗਈ ਸੀ, ਲੇਕਿਨ ਸਿਰਫ ਇਸ ਕਰਕੇ ਕਿ ਇਹ ਸਾਡੇ ਘਰ ਡਾਕਾ ਵੱਜਿਆ, ਇਹਦੀ ਅਸੀਂ ਉਸ ਵੇਲੇ ਉਹ ਫੜ ਕਿਉਂ ਨਾ ਸਕੇ, ਸਿਰਫ ਇਸ ਕਰਕੇ ਵਲੂਦਰੇ ਅਸੀਂ ਗਏ ਸੀ ਤਾਂ ਵੀ ਅਸੀਂ ਗੁਰੂ ਮਹਾਰਾਜ ਦੇ ਜੱਗੇ ਨਤਮਸਤਕ ਹੋ ਕੇ ਇੰਨੇ ਜਿਹੜੀ ਅਣਗਹਿਲੀ ਸੀ ਉਹਦੀ ਵੀ ਮਾਫੀ ਮੰਗੀ ਸੀ, ਜਾਂ ਜਿਹੜੀ ਵੀ ਅਸੀਂ ਉਹਨੂੰ ਡਾਕੂ ਨੂੰ ਫੜ ਨਹੀਂ ਸਕੇ ਉਹਦੀ ਵੀ ਮਾਫੀ ਮੰਗੀ ਸੀ, ਲੇਕਿਨ ਗੁਰੂ ਮਹਾਰਾਜ ਨੇ ਸੱਚ ਆਪ ਨਕਾਰਾ ਕਰਤਾ ਸਰਕਾਰ।